थैंक यू। माझ महला तीजा। एका जोत जोत है शरीरा, शब्द दिखाए सतगुर पूरा। शरीरा ਦਾ ਮਤਲਬ ਸ਼ਰੀਰਾਂ ਦੇ ਵਿੱਚ, ਏਕਾ ਜੋਤ ਦਾ ਮਤਲਬ ਇੱਕੋ ਹੀ ਜੋਤ। ਸਾਰੇ ਸ਼ਰੀਰਾਂ ਦੇ ਅੰਦਰ ਇੱਕੋ ਹੀ ਜੋਤ ਵਿਆਪਕ ਹੈ। ਮਤਲਬ ਸਾਰੇ ਸ਼ਰੀਰ ਇੱਕੋ ਸਿਸਟਮ ਦੇ ਅੰਦਰ ਕੰਮ ਕਰ ਰਹੇ ਨੇ ਔਰ ਇੱਕ ਹੀ ਜੋਤ, ਇੱਕ ਹੀ ਸਿਸਟਮ ਸਾਰਿਆਂ ਸ਼ਰੀਰਾਂ ਦੇ ਅੰਦਰ ਚੱਲ ਰਿਹਾ ਹੈ। ਸ਼ਬਦ ਦਿਖਾਏ ਸਤਗੁਰ ਪੂਰਾ। ਸ਼ਬਦ ਦਾ ਮਤਲਬ ਸ਼ਬਦ ਦੀ ਰਾਹੀਂ। ਹੁਣ ਇੱਕ ਹੀ ਜੋਤ ਸਾਰੇ ਸ਼ਰੀਰਾਂ ਦੇ ਵਿੱਚ ਮੌਜੂਦ ਹੈ। ਅਸੀਂ ਰੋਜ਼ ਪੜ੍ਹਦੇ ਵੀ ਹਾਂ, ਸਭ ਮੈਂ ਜੋਤ ਜੋਤ ਹੈ ਸੋਏ। ਪਰ ਜੋ ਆਮ ਮਨੁੱਖ ਹੈ ਉਹ ਇਸ ਚੀਜ਼ ਨੂੰ ਇੰਪਲੀਮੈਂਟ ਜ਼ਿੰਦਗੀ ਦੇ ਅੰਦਰ ਨਹੀਂ ਕਰਦਾ ਔਰ ਇਸ ਚੀਜ਼ ਨੂੰ ਚੰਗੀ ਢੰਗ ਦੇ ਨਾਲ ਸਮਝਦਾ ਨਹੀਂ ਹੈ ਕਿ ਸਾਰਿਆਂ ਸ਼ਰੀਰਾਂ ਵਿੱਚ ਇੱਕ ਹੀ ਜੋਤ ਵਿਆਪਕ। ਜੇ ਬੰਦਾ ਐਸਾ ਸਮਝਦਾ ਹੋਵੇ ਜਾਂ ਮੰਨਦਾ ਹੋਵੇ ਤਾਂ ਫਿਰ ਇਹ ਸਾਰੀਆਂ ਚੀਜ਼ਾਂ ਇਸ ਮਨੁੱਖ ਦੇ ਬਿਹੇਵੀਅਰ ਦੇ ਵਿੱਚੋਂ ਦਿਸਣੀਆਂ ਚਾਹੀਦੀਆਂ ਨੇ। ਲੇਕਿਨ ਬਿਹੇਵੀਅਰ ਦੇ ਵਿੱਚੋਂ ਇਹ ਚੀਜ਼ਾਂ ਨਜ਼ਰ ਨਹੀਂ ਆ ਰਹੀਆਂ। ਇਹ ਅਸੀਂ ਸਾਰੇ ਚੰਗੀ ਤਰ੍ਹਾਂ ਸਮਝਦੇ ਹਾਂ ਕਿ ਹਰ ਇਨਸਾਨ ਦੂਜੇ ਇਨਸਾਨ ਦੇ ਨਾਲ ਰੱਬ ਵਰਗਾ ਪਿਆਰ, ਸਤਿਕਾਰ ਔਰ ਵਿਹਾਰ ਨਹੀਂ ਕਰ ਰਿਹਾ। ਤਾਂ ਇਹਦਾ ਮਤਲਬ ਇਹ ਕੇਵਲ ਗੱਲਾਂ ਦੇ ਨਾਲ ਕਹਿ ਤਾਂ ਬੰਦਾ ਰਿਹਾ ਹੈ, ਲੇਕਿਨ ਅਮਲੀ ਜ਼ਿੰਦਗੀ ਨਹੀਂ ਜੀ ਰਿਹਾ। ਉਹਦਾ ਰੀਜ਼ਨ ਕੀ ਹੈ, ਬੰਦਾ ਸਮਝਦਾ ਕਿਉਂ ਨਹੀਂ ਔਰ ਇਸ ਚੀਜ਼ ਨੂੰ ਕਿਵੇਂ ਸਮਝਿਆ ਜਾ ਸਕਦਾ ਹੈ। ਤਾਂ ਗੁਰੂ ਜੀ ਸਮਝਾ ਰਹੇ ਨੇ, ਸ਼ਬਦ ਦਿਖਾਏ ਸਤਿਗੁਰ ਪੂਰਾ। ਪੂਰਾ ਗੁਰੂ ਆਪਣੇ ਸ਼ਬਦ ਵਿੱਚ ਜੋੜ ਕੇ, ਆਪਣੇ ਸ਼ਬਦ ਦੀ ਰਾਹੀਂ ਯਾਨੀ ਗਿਆਨ ਦੀ ਰਾਹੀਂ ਗਿਆਨ ਦੇ ਕੇ ਇਹ ਚੀਜ਼ ਸਮਝਾ ਦਿੰਦਾ ਹੈ। ਯਾਨੀ ਗੁਰੂ ਦੇ ਗਿਆਨ ਰਾਹੀਂ ਜਦੋਂ ਸਾਨੂੰ ਵਿਵੇਕ ਬੁੱਧ ਮਿਲਦੀ ਹੈ, ਜਦੋਂ ਸਾਨੂੰ ਕਾਮਨ ਸੈਂਸ ਮਿਲਦੀ ਹੈ, ਤਾਂ ਉਦੋਂ ਸਮਝ ਪੈ ਜਾਂਦੀ ਹੈ ਕਿ ਵਾਸਤਵ ਦੇ ਅੰਦਰ ਹੀ ਹਰ ਸਰੀਰ ਦੇ ਅੰਦਰ ਇੱਕੋ ਹੀ ਜੋਤ ਕੰਮ ਕਰ ਰਹੀ ਹੈ। ਤਾਂ ਇਸ ਚੀਜ਼ ਨੂੰ ਸਮਝਣ ਲਈ ਜਾਂ ਅਮਲੀ ਰੂਪ ਲਿਆਉਣ ਵਾਸਤੇ ਸਾਨੂੰ ਗੁਰੂ ਗਿਆਨ ਦੀ ਜ਼ਰੂਰਤ ਪਵੇਗੀ। ਆਪੇ ਫਰਕ ਕੀਤੋਨ ਘਟ ਅੰਤਰ, ਆਪੇ ਬਣਤ ਬਣਾਵਣਿਆ। ਕੀਤੋਨ ਦਾ ਮਤਲਬ ਉਸਨੇ ਕੀਤਾ ਹੈ। ਹੁਣ ਪ੍ਰਭੂ ਨੇ ਆਪ ਹੀ ਸਭ ਜੀਵਾਂ ਦੀ ਜਿਹੜੀ ਹੈ ਬਣਤਰ ਬਣਾਈ ਹੈ, ਪੈਦਾ ਕੀਤੇ ਨੇ ਹੁਕਮ ਦੇ ਅੰਦਰ, ਰਜ਼ਾ ਦੇ ਅੰਦਰ, ਭਾਣੇ ਵਿੱਚ, ਤੇ ਆਪ ਹੀ ਉਸਨੇ ਸਾਰੇ ਸ਼ਰੀਰਾਂ ਦੇ ਅੰਦਰ ਫਰਕ ਵੀ ਪੈਦਾ ਕੀਤਾ ਹੈ। ਯਾਨੀ ਸਾਰੇ ਸ਼ਰੀਰਾਂ ਦੇ ਅੰਦਰ ਫਰਕ ਹੈ, ਸਿਸਟਮ ਦੇ ਅੰਦਰ ਕੋਈ ਫਰਕ ਨਹੀਂ ਹੈ, ਜੋਤ ਦੇ ਅੰਦਰ ਕੋਈ ਫਰਕ ਨਹੀਂ ਹੈ, ਸਿਰਫ ਬਾਹਰੀ ਤੌਰ ਤੇ ਫਰਕ ਹੈ। ਔਰ ਸੋਚ ਕਰਕੇ ਫਰਕ ਹੈ, ਸੋਚ ਵਿੱਚ ਮਨੁੱਖ ਨੇ ਆਪ ਫਰਕ ਪਾ ਲਿਆ, ਕੋਈ ਉੱਚਾ ਨੀਵਾਂ, ਚੰਗਾ ਮੰਦਾ ਬਣ ਗਿਆ। ਤਾਂ ਸ਼ਰੀਰਾਂ ਦੇ ਅੰਦਰ ਜੋਤ ਇੱਕ ਹੀ ਹੈ, ਲੇਕਿਨ ਸਾਰਿਆਂ ਦੇ ਅੰਦਰ ਫਰਕ ਹੈ, ਸਰੀਰਕ ਤੌਰ ਤੇ ਫਰਕ ਹੈ। ਹਉ ਵਾਰੀ ਜੀਉ ਵਾਰੀ, ਹਰ ਸੱਚੇ ਕੇ ਗੁਣ ਗਾਵਣਿਆ। ਗੁਰੂ ਜੀ ਬਚਨ ਕਰਦੇ ਹਨ ਕਿ ਮੈਂ ਕੁਰਬਾਨ ਹਾਂ ਉਹਨਾਂ ਤੋਂ, ਮੈਂ ਵਾਰ ਨੇ ਸਦਕੇ ਹਾਂ ਉਹਨਾਂ ਤੋਂ ਜੋ ਸੱਚੇ ਪ੍ਰਭੂ ਦੇ ਗੁਣ ਗਾਉਂਦੇ ਨੇ, ਸਿਫਤ ਸਲਾਹ ਕਰਦੇ ਨੇ। ਗੁਣ ਗਾਉਣ ਦਾ ਅਸਲੀ ਮਤਲਬ ਹੁੰਦਾ ਹੈ ਗੁਣਾਂ ਨੂੰ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਦੇ ਨੇ। ਗੁਣ ਗਾਉਣ ਦਾ ਮਤਲਬ ਜ਼ਬਾਨੀ ਗੁਣਾਂ ਦੀ ਗੱਲ ਕਰੀ ਜਾਣੀ ਨਹੀਂ, ਜ਼ਿੰਦਗੀ ਦੇ ਅੰਦਰ ਇੰਪਲੀਮੈਂਟ ਕਰਨਾ। ਮੈਂ ਉਹਨਾਂ ਤੋਂ ਕੁਰਬਾਨ ਵਾਰ ਨੇ ਸਦਕੇ ਹਾਂ ਜੋ ਰੱਬੀ ਗੁਣਾਂ ਨੂੰ ਆਪਣੇ ਜੀਵਨ ਵਿੱਚ ਵਰਤੋਂ ਵਿੱਚ ਲਿਆਉਂਦੇ ਨੇ। ਬਾਝ ਗੁਰੂ ਕੋ ਸਹਿਜ ਨਾ ਪਾਏ, ਗੁਰਮੁਖ ਸਹਿਜ ਸਮਾਵਣਿਆ। ਉਹਦਾ ਮਤਲਬ ਕੋਈ ਵੀ, ਸਹਿਜ ਦਾ ਮਤਲਬ ਆਤਮਿਕ ਅਡੋਲਤਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਗੁਰੂ ਦੀ ਸ਼ਰਨ ਤੋਂ ਬਿਨਾ, ਗੁਰੂ ਦੇ ਗਿਆਨ ਤੋਂ ਬਿਨਾ ਕੋਈ ਵੀ ਮਨੁੱਖ ਆਤਮਿਕ ਅਡੋਲਤਾ ਹਾਸਲ ਨਹੀਂ ਕਰਦਾ। ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਹਮੇਸ਼ਾ ਆਤਮਿਕ ਅਡੋਲਤਾ ਦੇ ਅੰਦਰ ਲੀਨ ਰਹਿੰਦੇ ਨੇ। ਹੁਣ ਪਹਿਲੇ ਸਹਿਜ ਦੇ ਜੱਜੇ ਥੱਲੇ ਔਂਕੜ ਹੈ, ਬਾਝ ਗੁਰੂ ਕੋ ਸਹਿਜ ਨਾ ਪਾਏ, ਤੇ ਦੂਜੇ ਸਹਿਜ ਦੇ ਜੱਜੇ ਨਾਲ ਸਿਹਾਰੀ ਹੈ, ਗੁਰਮੁਖ ਸਹਿਜ ਸਮਾਵਣਿਆ। ਪਹਿਲੇ ਸਹਿਜ ਦਾ ਮਤਲਬ ਹੈ ਆਤਮਿਕ ਅਡੋਲਤਾ ਔਰ ਦੂਜੇ ਸਹਿਜ ਦਾ ਮੀਨਿੰਗ ਹੈ ਆਤਮਿਕ ਅਡੋਲਤਾ ਵਿੱਚ। ਆਤਮਿਕ ਅਡੋਲਤਾ ਦਾ ਮਤਲਬ ਮਨ, ਬਚਨ ਔਰ ਕਰਮ ਦੀ ਇਕਸਾਰਤਾ, ਅੰਦਰੋਂ ਬਾਹਰੋਂ ਇੱਕ ਹੋਣਾ। ਤੇ ਆਤਮਿਕ ਅਡੋਲਤਾ ਵਿੱਚ ਦਾ ਮਤਲਬ ਕਿ ਮਨ, ਬਚਨ ਔਰ ਕਰਮ ਕਰਕੇ ਸੱਚ ਦੇ ਅੰਦਰ ਟਿਕੇ ਰਹਿਣਾ। ਇਸ ਕੰਡੀਸ਼ਨ ਨੂੰ ਹਮੇਸ਼ਾ ਬਣਾਈ ਰੱਖਣਾ, ਹਮੇਸ਼ਾ ਲਗਾਤਾਰ ਉਹਦੇ ਵਿੱਚ ਟਿਕੇ ਰਹਿਣਾ, ਮਿਲੇ ਰਹਿਣਾ। ਤਾਂ ਗੁਰੂ ਜੀ ਕਹਿੰਦੇ ਨੇ ਜੋ ਗੁਰੂ ਦੀ ਸ਼ਰਨੀ ਪੈਂਦੇ ਨੇ
ਉਹ ਹਮੇਸ਼ਾ ਹੀ ਆਤਮਿਕ ਅਡੋਲਤਾ ਵਿੱਚ ਟਿਕੇ ਰਹਿੰਦੇ ਨੇ। ਯਾਨੀ ਉਹਨਾਂ ਦੇ ਅੰਦਰ ਮਨ, ਬਚਨ, ਕਰਮ ਕਰਕੇ ਇਕਸਾਰਤਾ ਹਮੇਸ਼ਾ ਬਣੀ ਰਹਿੰਦੀ ਹੈ। ਤੂੰ ਆਪੇ ਸੋ ਹੈ, ਆਪੇ ਜਗ ਮੋਹੈ। ਸੋਹੈ ਦਾ ਮਤਲਬ ਸ਼ੋਭ ਰਿਹਾ ਹੈ, ਮੋਹੈ ਦਾ ਮਤਲਬ ਮੋਹ ਰਿਹਾ ਹੈ ਕਿ ਹੇ ਕਰਤਾਰ, ਤੂੰ ਆਪ ਹੀ ਜਗਤ ਰਚਨਾ ਦੀ ਰਾਹੀਂ ਆਪਣੀ ਸੁੰਦਰਤਾ ਵਿਖਾ ਰਿਹਾ ਹੈ। ਯਾਨੀ ਤੂੰ ਆਪ ਹੀ ਸ਼ੋਭ ਰਿਹਾ ਹੈ। ਆ ਜੋ ਸੰਸਾਰ ਦਿਸ ਰਿਹਾ ਨਾ, ਇਹ ਤੂੰ ਹੀ ਫੈਲਿਆ ਹੋਇਆ ਹੈ। ਤੂੰ ਇਹਦੇ ਤੋਂ ਵੱਖਰਾ ਨਹੀਂ ਹੈ, ਆਪ ਹੀ ਸ਼ੋਭਾ ਦੇ ਰਿਹਾ ਹੈ। ਇਹ ਸਾਰਿਆਂ ਦੇ ਅੰਦਰ ਵਿਆਪਕ ਹੋ ਕੇ ਇਸ ਸੁੰਦਰਤਾ ਦੇ ਰਾਹੀਂ ਤੂੰ ਆਪ ਹੀ ਜਗਤ ਨੂੰ ਮੋਹਿਤ ਕਰ ਰਿਹਾ ਹੈ। ਮਤਲਬ ਕਿ ਹਰ ਥਾਂ ਦੇ ਉੱਤੇ ਤੂੰ ਆਪ ਸਮਾਇਆ ਹੋਇਆ ਹੈ। ਇਹ ਸੁੰਦਰਤਾ, ਇਹ ਸਾਰਾ ਕੁਝ ਤੇਰਾ ਹੀ ਫੈਲਾਵ ਹੈ, ਤੂੰ ਹੀ ਪਸਰਿਆ ਹੋਇਆ ਹੈ। ਤੂੰ ਆਪੇ ਨਦਰੀ ਜਗਤ ਪਰੋਵਹਿ। ਪਰੋਵਹਿ ਦਾ ਮਤਲਬ ਪਰੋ ਕੇ ਰੱਖਦਾ ਹੈ। ਤੂੰ ਆਪ ਹੀ ਆਪਣੀ ਮਿਹਰ ਦੀ ਨਿਗਾਹ ਦੇ ਨਾਲ ਸੰਸਾਰ ਨੂੰ ਇੱਕ ਮਰਿਆਦਾ ਦੇ ਅੰਦਰ ਪਰੋਈ ਰੱਖਦਾ ਹੈ। ਮਰਿਆਦਾ ਦਾ ਮਤਲਬ ਨਿਯਮ, ਹੁਕਮ, ਸਿਸਟਮ, ਕੁਦਰਤ ਦੇ ਜੋ ਨਿਯਮ ਨੇ, ਉਹਨਾਂ ਦੇ ਅੰਦਰ ਸਾਰੇ ਸੰਸਾਰ ਨੂੰ ਪਰੋਇਆ ਹੋਇਆ ਹੈ। ਨਿੱਕੀ ਜਿਹੀ ਕੀੜੀ ਤੋਂ ਲੈ ਕੇ ਵੱਡੇ ਸਾਰੇ ਹਾਥੀ ਤੱਕ, ਨਿੱਕੇ ਜਿਹੇ ਇੱਕ ਰੇਤ ਦੇ ਕਿਣਕੇ ਤੋਂ ਖੰਡ ਮੰਡਲ ਬ੍ਰਹਿਮੰਡਾਂ ਤੱਕ, ਹਰ ਸ਼ੈ ਇੱਕ ਨਿਯਮ ਦੇ ਅੰਦਰ ਪਰੁਚੀ ਹੋਈ, ਨੇਮਾਂ ਦੇ ਅੰਦਰ ਕੰਮ ਕਰ ਰਹੀ ਹੈ। ਤੂੰ ਆਪੇ ਦੁੱਖ ਸੁਖ ਦੇਵਹਿ ਕਰਤੇ, ਗੁਰਮੁਖ ਹਰ ਦੇਖਾਵਣਿਆ। ਕਿ ਹੇ ਕਰਤਾਰ, ਤੂੰ ਆਪ ਹੀ ਆਪਣੇ ਹੁਕਮ ਦੇ ਰਾਹੀਂ ਜੀਵਾਂ ਨੂੰ ਸੁਖ ਔਰ ਦੁੱਖ ਦਿੰਦਾ ਹੈ, ਤੇ ਉਹ ਸੁਖ ਔਰ ਦੁੱਖ ਰੱਬੀ ਹੁਕਮ ਵਿੱਚ ਸਾਡੇ ਹੀ ਕਰਮਾਂ ਅਨੁਸਾਰ ਮਿਲ ਰਹੇ ਨੇ। ਇੱਕ ਸਿਸਟਮ ਹੈ, ਨਿਯਮ ਹੈ, ਰਜ਼ਾ ਭਾਣਾ ਹੈ ਕਿ ਜੈਸਾ ਵੀ ਕੋਈ ਕਰਮ ਕਰੇਗਾ ਵੈਸਾ ਹੀ ਉਹਦਾ ਰਿਜ਼ਲਟ ਨਿਕਲੇਗਾ। ਇਸ ਲਈ ਜੇ ਕੋਈ ਮਾੜੇ ਕਰਮ ਕਰਦਾ ਹੈ, ਉਹਦਾ ਰਿਜ਼ਲਟ ਦੁੱਖ ਵਿੱਚ ਨਿਕਲੇਗਾ। ਜੇ ਕੋਈ ਚੰਗੇ ਕਰਮ ਕਰਦਾ ਹੈ, ਉਹਦਾ ਰਿਜ਼ਲਟ ਸੁਖ ਵਿੱਚ ਨਿਕਲੇਗਾ। ਗੁਰਮੁਖ ਹਰ ਦੇਖਾਵਣਿਆ। ਗੁਰੂ ਦੀ ਸ਼ਰਨੀ ਪੈਣ ਵਾਲੇ ਬੰਦੇ ਪ੍ਰਭੂ ਨੂੰ ਹਰ ਥਾਂ ਤੇ ਵੇਖਦੇ ਨੇ। ਗੁਰੂ ਦੀ ਸ਼ਰਨੀ ਪੈਣ ਵਾਲੇ ਬੰਦੇ ਮਤਲਬ ਜਿਨ੍ਹਾਂ ਕੋਲ ਗੁਰੂ ਦਾ ਗਿਆਨ ਹੈ, ਜਿਨ੍ਹਾਂ ਨੂੰ ਗੁਰੂ ਵਾਲੀ ਦ੍ਰਿਸ਼ਟੀ ਮਿਲੀ ਹੈ, ਉਹ ਹਰ ਥਾਂ ਦੇ ਉੱਤੇ ਪਸਰੇ ਹੋਏ ਰੱਬ ਨੂੰ ਵੇਖਦੇ ਨੇ, ਇਸ ਜਗਤ ਨੂੰ ਪ੍ਰਭੂ ਦੇ ਰੂਪ ਵਿੱਚ ਤੱਕਦੇ ਨੇ। ਆਪੇ ਕਰਤਾ ਕਰੇ ਕਰਾਏ। ਪ੍ਰਭੂ ਆਪ ਹੀ ਰਚਨਹਾਰ ਹੈ, ਸੰਸਾਰ ਨੂੰ ਪੈਦਾ ਕਰਦਾ ਹੈ, ਤੇ ਕਰਾਏ ਦਾ ਮਤਲਬ ਕਰਾਉਂਦਾ ਹੈ, ਆਪ ਹੀ ਇਹਦਾ ਸੰਚਾਲਨ ਕਰਦਾ ਹੈ। ਯਾਨੀ ਰੱਬੀ ਹੁਕਮ ਦੇ ਅੰਦਰ, ਸਿਸਟਮ ਦੇ ਅੰਦਰ ਹੀ ਜੀਵ ਜੰਤ, ਸੰਸਾਰ, ਤਾਰੇ, ਗ੍ਰਹਿ, ਨਕਸ਼ਤਰ, ਹਰ ਸ਼ੈ ਪੈਦਾ ਹੋ ਰਹੀ ਹੈ, ਔਰ ਸਿਸਟਮ ਦੇ ਅੰਦਰ, ਹੁਕਮ ਦੇ ਅੰਦਰ ਹੀ ਇਹ ਸਾਰੀ ਕਾਰ ਕਰ ਰਹੀ ਹੈ, ਸਾਰੀ ਕਾਰ ਚੱਲ ਰਹੀ ਹੈ। ਭਈ ਆਪੇ ਸ਼ਬਦ ਗੁਰ ਮਨ ਵਸਾਏ। ਮਨ ਦਾ ਮਤਲਬ ਮਨ ਵਿੱਚ, ਗੁਰ ਸ਼ਬਦ ਦਾ ਮਤਲਬ ਗੁਰੂ ਦਾ ਸ਼ਬਦ। ਸ਼ਬਦ ਗੁਰ ਦਾ ਮਤਲਬ ਗੁਰੂ ਦਾ ਸ਼ਬਦ, ਕਿਉਂਕਿ ਗੁਰ ਦੇ ਰਾਰੇ ਥੱਲੇ ਔਂਕੜ ਨਹੀਂ ਹੈ। ਗੁਰ ਔਰ ਸ਼ਬਦ ਦੇ ਦਰਮਿਆਨ ਦਾ ਸ਼ਬਦ ਹੈ ਤੇ ਜੋ ਸਾਈਲੈਂਟ ਹੈ। ਕਰਤਾਰ ਆਪ ਹੀ ਗੁਰੂ ਦਾ ਸ਼ਬਦ ਜੀਵਾਂ ਦੇ ਮਨ ਵਿੱਚ ਵਸੰਦ ਹੈ। ਮਤਲਬ ਕਿ ਰੱਬੀ ਹੁਕਮ ਦੇ ਅੰਦਰ ਹੀ ਗੁਰੂ ਦੀ ਜੋ ਸਿੱਖਿਆ ਹੈ ਉਹ ਸਾਡੇ ਮਨ ਦੇ ਅੰਦਰ ਵਸ ਜਾਂਦੀ ਹੈ। ਸ਼ਬਦੇ ਉਪਜੈ ਅੰਮ੍ਰਿਤ ਬਾਣੀ, ਗੁਰਮੁਖ ਆਖ ਸੁਣਾਵਣਿਆ। ਸ਼ਬਦੇ ਦਾ ਮਤਲਬ ਸ਼ਬਦ ਦੇ ਰਾਹੀਂ, ਗੁਰੂ ਦੇ ਗਿਆਨ ਦੀ ਰਾਹੀਂ। ਆਖ ਦਾ ਮਤਲਬ ਆਖ ਕੇ, ਬੋਲ ਕੇ, ਉਚਾਰਨ ਕਰਕੇ। ਗੁਰੂ ਦੇ ਸ਼ਬਦ ਗਿਆਨ ਦੀ ਰਾਹੀਂ ਆਤਮਿਕ ਜੀਵਨ ਦੇਣ ਵਾਲੀ ਜੋ ਸਿੱਧ ਸਲਾਹ ਦੀ ਬਾਣੀ ਦੀ ਲਗਨ ਹੈ, ਉਹ ਮਨੁੱਖਾਂ ਦੇ ਹਿਰਦੇ ਵਿੱਚ ਵਸ ਪੈਂਦੀ ਹੈ, ਜਾਂ ਉਹਨਾਂ ਦੇ ਅੰਦਰ ਲਗਨ ਪੈਦਾ ਹੋ ਜਾਂਦੀ ਹੈ। ਤੇ ਗੁਰੂ ਦੇ ਸਨਮੁਖ ਰਹਿਣ ਵਾਲਾ ਜੋ ਮਨੁੱਖ ਹੈ, ਉਹ ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਆਪ ਵੀ ਉਚਾਰਦਾ ਹੈ ਔਰ ਉਚਾਰਨ ਕਰਕੇ ਦੂਜਿਆਂ ਨੂੰ ਵੀ ਸੁਣਾਉਂਦਾ ਹੈ। ਯਾਨੀ ਗੁਰੂ ਦੇ ਦੱਸੇ ਰਾਹ ਤੇ ਚੱਲਿਆ ਸਾਡੇ ਜੀਵਨ ਦੇ ਅੰਦਰ ਆਤਮਿਕ ਜੀਵਨ ਜੀਣ ਦੀ ਲਗਨ ਪੈਦਾ ਹੁੰਦੀ ਹੈ, ਔਰ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਆਪ ਰੱਬੀ ਗੁਣਾਂ ਦਾ ਧਾਰਨੀ ਹੁੰਦਾ ਔਰ ਦੂਜਿਆਂ ਨੂੰ ਗੁਣਾਂ ਦੇ ਧਾਰਨੀ ਹੋਣ ਦੀ ਪ੍ਰੇਰਣਾ ਦੇ ਹੀ ਰੱਖਦਾ ਹੈ। ਆਪੇ ਕਰਤਾ ਆਪੇ ਭੁਗਤਾ। ਭੁਗਤਾ ਦਾ ਮਤਲਬ ਭੋਗਣ ਵਾਲਾ। ਕਰਤਾਰ ਆਪ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ ਔਰ ਆਪ ਹੀ ਸਭ ਜੀਵਾਂ ਦੇ ਅੰਦਰ ਵਿਆਪਕ ਹੋ ਕੇ ਦੁਨੀਆ ਦੇ ਪਦਾਰਥਾਂ ਨੂੰ ਭੋਗਣ ਵਾਲਾ, ਮਾਨਣ ਵਾਲਾ ਹੈ।
ਯਾਨੀ ਪ੍ਰਭੂ ਸਰਬ ਵਿਆਪਕ ਹੈ, ਉਹਦੇ ਹੁਕਮ ਦੇ ਅੰਦਰ ਹੀ ਰਚਨਾ ਹੋ ਰਹੀ ਹੈ ਤੇ ਹੁਕਮ ਦੇ ਅੰਦਰ ਹੀ ਜੀਵ ਜੋ ਪਦਾਰਥਾਂ ਨੂੰ ਭੋਗ ਰਹੇ ਨੇ ਹੁਕਮ ਵਿੱਚ ਨੇ। ਬੰਧਨ ਤੋੜੇ ਸਦਾ ਹੈ ਮੁਕਤਾ। ਜੋ ਰੱਬੀ ਸ਼ਰਨ ਵਿੱਚ ਆਉਂਦਾ ਹੈ, ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਂਦਾ ਹੈ, ਪ੍ਰਭੂ ਆਪ ਹੀ ਉਹਨਾਂ ਦੇ ਮਾਇਆ ਦੇ ਬੰਧਨ ਤੋੜ ਦਿੰਦਾ ਹੈ। ਬੰਧਨ ਕਿਹੜੇ ਨੇ? ਆ ਕਾਮ, ਕ੍ਰੋਧ ਆਦਿਕ ਜਿੰਨੇ ਵੀ ਨੇ, ਈਰਖਾ, ਦਵੇਸ਼, ਵੈਰ ਵਿਰੋਧ, ਪਾਪ ਅਪਰਾਧ, ਇਹਨਾਂ ਬੰਧਨਾਂ ਦੇ ਵਿੱਚ ਆਮ ਬੰਦਾ ਬੱਝਾ ਹੋਇਆ ਹੈ। ਪਰ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦਾ ਹੈ, ਪ੍ਰਭੂ ਆਪ ਹੀ ਉਹਨਾਂ ਦੇ ਵਿਕਾਰਾਂ ਦੇ ਬੰਧਨ ਤੋੜ ਦਿੰਦਾ ਹੈ ਔਰ ਉਹਦੀ ਵਿਕਾਰਾਂ ਤੋਂ ਸਦਾ ਵਾਸਤੇ ਖਲਾਸੀ ਹੋ ਜਾਂਦੀ ਹੈ, ਵਿਕਾਰਾਂ ਤੋਂ ਸਦਾ ਲਈ ਆਜ਼ਾਦ ਹੋ ਜਾਂਦਾ ਹੈ। ਸਦਾ ਮੁਕਤ ਆਪੇ ਹੈ ਸੱਚਾ, ਆਪੇ ਅਲਖ ਲਖਾਵਣਿਆ। ਸਦਾ ਸਥਿਰ ਰਹਿਣ ਵਾਲਾ ਜੋ ਸੱਚਾ ਪ੍ਰਭੂ ਹੈ, ਉਹ ਬਿਲਕੁਲ ਮੁਕਤ ਹੈ, ਯਾਨੀ ਨਿਰਲੇਪ ਹੈ, ਉਹਦੇ ਤੇ ਕਿਸੇ ਬੁਰਾਈ ਦਾ ਕੋਈ ਲੇਪ ਨਹੀਂ ਹੈ। ਆਪ ਹੀ ਅਦ੍ਰਿਸ਼ਟ ਹੈ ਤੇ ਆਪ ਹੀ ਆਪਣਾ ਸਰੂਪ ਜੀਵਾਂ ਨੂੰ ਵਿਖਾਲਣ ਵਾਲਾ ਹੈ। ਹੁਣ ਇਹ ਗੱਲ ਥੋੜੀ ਜਿਹੀ ਸਮਝਣ ਵਾਲੀ ਹੈ ਕਿ ਆਪ ਹੀ ਅਦ੍ਰਿਸ਼ਟ ਹੈ ਤੇ ਆਪ ਹੀ ਆਪਣਾ ਰੂਪ ਵਿਖਾਲਣ ਵਾਲਾ ਹੈ, ਯਾਨੀ ਨਿਰਗੁਣ ਵੀ ਉਹੀ ਹੈ ਤੇ ਸਰਗੁਣ ਵੀ ਉਹੀ ਹੈ। ਜੋ ਦਿਸਦਾ ਔਰ ਅਣਦਿਸਦਾ ਸਾਰਾ ਜਗਤ ਹੈ ਨਾ ਪਸਾਰਾ, ਇਹ ਰੱਬ ਦਾ ਹੀ ਰੂਪ ਹੈ, ਉਹ ਆਪ ਹੀ ਫੈਲਿਆ ਹੋਇਆ ਹੈ ਤੇ ਉਸ ਫੈਲਾਵ ਨੂੰ ਕੋਈ ਰੱਬ, ਕੋਈ ਅੱਲਾ, ਕੋਈ ਰਾਮ ਰਹੀਮ ਕਹਿੰਦਾ ਹੈ। ਲੇਕਿਨ ਆਪੋ ਆਪਣੇ ਵਿਸ਼ਵਾਸ ਨੇ ਲੋਕਾਂ ਦੇ, ਕੋਈ ਕਹਿੰਦਾ ਹੈ ਸਾਡਾ ਰੱਬ ਫਲਾਂ ਜਗ੍ਹਾ ਤੇ ਵਸਦਾ ਹੈ, ਕੋਈ ਕਹਿੰਦਾ ਦੂਜੀ ਜਗ੍ਹਾ ਤੇ, ਤੀਜੀ ਜਗ੍ਹਾ ਤੇ। ਪਰ ਗੁਰੂ ਨਾਨਕ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਕਿ ਆ ਸਾਰਾ ਫੈਲਾਵ ਹੀ ਉਸ ਦਾ ਹੈ, ਉਹ ਆਪ ਹੀ ਫੈਲਿਆ ਹੋਇਆ ਹੈ, ਆਪ ਹੀ ਦ੍ਰਿਸ਼ਟ ਹੈ ਤੇ ਆਪ ਹੀ ਅੰਦ੍ਰਿਸ਼ਟ ਹੈ। ਆਪੇ ਮਾਇਆ ਆਪੇ ਛਾਇਆ। ਤਾਂ ਗੁਰੂ ਜੀ ਕਹਿੰਦੇ ਨੇ ਪ੍ਰਭੂ ਆਪ ਹੀ ਉਸਨੇ ਮਾਇਆ ਪੈਦਾ ਕੀਤੀ ਹੈ ਤੇ ਆਪ ਹੀ ਮਾਇਆ ਦਾ ਪ੍ਰਭਾਵ ਵੀ ਪੈਦਾ ਕੀਤਾ ਹੈ। ਯਾਨੀ ਜੋ ਮਾਇਆ ਹੈ ਔਰ ਜੋ ਮਾਇਆ ਦਾ ਪ੍ਰਭਾਵ ਹੈ, ਇਹ ਸਭ ਨਿਯਮ ਦੇ ਅੰਦਰ ਹੈ, ਹੁਕਮ ਦੇ ਅੰਦਰ ਹੈ। ਮਾਇਆ ਦਾ ਮਤਲਬ ਜੋ ਸਾਡੀ ਮਾੜੀ ਸੋਚ ਹੈ ਔਰ ਅੱਗੇ ਮਾੜੀ ਸੋਚ ਦਾ ਪ੍ਰਭਾਵ ਹੈ, ਇਹ ਸਭ ਕੁਝ ਹੁਕਮ ਦੇ ਅੰਦਰ ਹੈ। ਆਪੇ ਮੋਹ ਸਭ ਜਗਤ ਉਪਾਇਆ। ਪ੍ਰਭੂ ਨੇ ਆਪ ਹੀ ਸੰਸਾਰ ਪੈਦਾ ਕੀਤਾ ਹੈ ਔਰ ਆਪ ਹੀ ਮੋਹ ਪੈਦਾ ਕੀਤਾ ਹੈ। ਹੁਣ ਆਪ ਹੀ ਮੋਹ ਪੈਦਾ ਕਰਨ ਦਾ ਮਤਲਬ ਕਿ ਜੋ ਮੋਹ ਹੈ ਜੀਵਾਂ ਦੇ ਅੰਦਰ ਜਾਂ ਸੰਸਾਰ ਦੀ ਰਚਨਾ ਹੈ, ਇਹ ਸਭ ਕੁਝ ਹੁਕਮ ਦੇ ਅੰਦਰ ਹੈ, ਨਿਯਮ ਦੇ ਅੰਦਰ ਹੈ। ਨਿਯਮ ਦੇ ਅੰਦਰ ਹੀ ਉਤਪਤੀ ਹੈ ਔਰ ਇਹ ਜੋ ਕੁਦਰਤ ਦੇ ਬਜਵੇਂ ਨਿਯਮ ਨੇ, ਇਹਨਾਂ ਨੇਮਾਂ ਦੇ ਵਿੱਚ ਹੀ ਬੰਦਾ ਮੋਹ ਵਿੱਚ ਫਸ ਜਾਂਦਾ ਹੈ, ਇਹਨਾਂ ਨੇਮਾਂ ਦੇ ਵਿੱਚ ਹੀ ਬੰਦਾ ਮੋਹ ਤੋਂ ਆਜ਼ਾਦ ਹੋ ਜਾਂਦਾ ਹੈ। ਹੁਣ ਇਹਨਾਂ ਨੇਮਾਂ ਦੀ ਵਰਤੋਂ ਬੰਦਾ ਕਿਵੇਂ ਕਰੇਗਾ, ਇਹ ਬੰਦੇ ਤੇ ਡਿਪੈਂਡ ਕਰੇਗਾ। ਆਪੇ ਗੁਣ ਦਾਤਾ ਗੁਣ ਗਾਵੇ, ਆਪੇ ਆਖ ਸੁਣਾਵਣਿਆ। ਸਰਬ ਵਿਆਪਕ ਹੋ ਕੇ ਕਰਤਾਰ ਆਪ ਹੀ ਗੁਣਾਂ ਦੀ ਦਾਤ ਜੀਵਾਂ ਨੂੰ ਦੇਣ ਵਾਲਾ ਹੈ ਔਰ ਆਪ ਹੀ ਆਪਣੇ ਗੁਣ ਜੀਵਾਂ ਵਿੱਚ ਵਿਆਪਕ ਹੋ ਕੇ ਗਾਉਂਦਾ ਹੈ ਔਰ ਆਪ ਹੀ ਉਚਾਰਨ ਕਰਕੇ ਸੁਣਾਉਂਦਾ ਹੈ। ਤਾਂ ਇਹਦਾ ਭਾਵ ਇਹ ਹੈ ਕਿ ਰੱਬੀ ਰਜਾ ਦੇ ਅੰਦਰ ਹੀ ਗੁਣਾਂ ਦੀਆਂ ਦਾਤਾਂ ਮਿਲਦੀਆਂ ਨੇ। ਜੋ ਰੱਬੀ ਗੁਣਾਂ ਨੂੰ ਗਾਉਣ ਵਾਲੇ ਨੇ ਉਹ ਵੀ ਰੱਬੀ ਰਜਾ ਵਿੱਚ ਨੇ ਔਰ ਜੋ ਆਪ ਗਾ ਕੇ ਦੂਜਿਆਂ ਨੂੰ ਸੁਣਾਉਂਦੇ ਨੇ ਉਹ ਵੀ ਰਜਾ ਦੇ ਵਿੱਚ ਨੇ। ਇਹ ਸਾਰੇ ਦਾ ਸਾਰਾ ਜੋ ਸਿਲਸਿਲਾ ਹੈ ਇਹ ਰੱਬੀ ਰਜਾ ਵਿੱਚ ਚੱਲਦਾ ਹੈ। ਆਪੇ ਕਰੇ ਕਰਾਏ ਆਪੇ। ਸਭ ਜੀਵਾਂ ਵਿੱਚ ਵਿਆਪਕ ਹੋ ਕੇ ਪ੍ਰਭੂ ਆਪ ਹੀ ਸਭ ਕੁਝ ਕਰ ਰਿਹਾ ਹੈ ਤੇ ਆਪ ਹੀ ਸਭ ਕੁਝ ਕਰਾ ਰਿਹਾ ਹੈ। ਯਾਨੀ ਸ੍ਰਿਸ਼ਟੀ ਦੀ ਜੋ ਰਚਨਾ ਹੈ ਇਹ ਰੱਬੀ ਰਜਾ ਦੇ ਵਿੱਚ ਹੋ ਰਹੀ ਹੈ ਤੇ ਕਰਾਏ ਆਪੇ ਦਾ ਮਤਲਬ ਜੋ ਕੁਝ ਜੀਵ ਕਰ ਰਹੇ ਨੇ ਇਹ ਵੀ ਰਜਾ ਦੇ ਵਿੱਚ ਕਰ ਰਹੇ ਨੇ, ਰਜਾ ਤੋਂ ਬਾਹਰ ਨਹੀਂ। ਰੱਬੀ ਜੋ ਕੁਦਰਤ ਦੇ ਜੋ ਨਿਯਮ ਨੇ ਉਹਨਾਂ ਦੇ ਅੰਦਰ ਇਹ ਸੰਸਾਰ ਪੈਦਾ ਹੋ ਰਿਹਾ ਹੈ ਔਰ ਨਿਯਮ ਦੇ ਅੰਦਰ ਹੀ ਪੂਰੇ ਦਾ ਪੂਰਾ ਸੰਸਾਰ ਕੰਮ ਕਰ। ਆਪੇ ਥਾਪ ਉਥਾਪੇ ਆਪੇ। ਥਾਪ ਦਾ ਮਤਲਬ ਪੈਦਾ ਕਰਨਾ, ਉਥਾਪ ਦਾ ਮਤਲਬ ਨਾਸ਼ ਕਰਨਾ। ਪ੍ਰਭੂ ਆਪ ਹੀ ਜਗਤ ਦੀ ਰਚਨਾ ਕਰਕੇ ਆਪ ਹੀ ਇਹਦਾ ਨਾਸ਼ ਕਰਦਾ ਹੈ। ਯਾਨੀ ਜੋ ਉਤਪਤੀ ਹੈ ਔਰ ਜੋ ਲੈਤਾ ਹੈ, ਲੈਤਾ ਦਾ ਮਤਲਬ ਹੁੰਦਾ ਹੈ ਵਿਨਾਸ਼। ਜੋ ਉਤਪਤੀ ਹੈ ਔਰ ਜੋ ਲੈਤਾ ਹੈ ਇਹ ਹੁਕਮ ਦੇ ਅੰਦਰ ਹੈ, ਰੱਬੀ ਰਜਾ ਦੇ ਵਿੱਚ ਹੈ। ਕੋਈ ਹੋਰ ਨਾ ਉਤਪੰਨ ਕਰ ਸਕਦਾ ਹੈ ਤੇ ਕੋਈ ਹੋਰ ਨਾ ਇਹਨੂੰ ਖਤਮ ਕਰ ਸਕਦਾ ਹੈ।
ਤੁਝ ਤੇ ਬਾਹਰ ਕਛੂ ਨਾ ਹੋਵੇ, ਤੂੰ ਆਪੇ ਕਾਰੈ ਲਾਵਣਿਆ। ਕਾਰੈ ਦਾ ਮਤਲਬ ਕਾਰ ਵਿੱਚ, ਕੰਮਾਂ ਵਿੱਚ, ਬਿਹੇਵ ਦੇ ਅੰਦਰ। हे ਪ੍ਰਭੂ, ਜਗਤ ਦੇ ਅੰਦਰ ਜੋ ਕੁਝ ਵੀ ਹੋ ਰਿਹਾ ਹੈ, ਤੇਰੇ ਹੁਕਮ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਤੂੰ ਆਪ ਹੀ ਸਭ ਜੀਵਾਂ ਨੂੰ ਕਾਰ ਵਿੱਚ ਲਾਉਣ ਵਾਲਾ ਹੈ, ਕਰਮ ਵਿੱਚ ਲਾਉਣ ਵਾਲਾ ਹੈ। ਯਾਨੀ ਇਹ ਦੁਨੀਆ ਦੇ ਅੰਦਰ ਜੋ ਕੁਝ ਵੀ ਹੋ ਰਿਹਾ ਨਾ, ਨਿਯਮ ਦੇ ਅੰਦਰ ਹੋ ਰਿਹਾ ਹੈ। ਹੁਕਮ, ਰਜ਼ਾ, ਭਾਣੇ ਵਿੱਚ, ਸਿਸਟਮ ਵਿੱਚ, ਕੁਦਰਤ ਦੇ ਬਝਵੇਂ ਨਿਯਮਾਂ ਵਿੱਚ। ਜੋ ਅਸੀਂ ਕੰਮਾਂ ਕਾਰਾਂ ਵਿੱਚ ਲੱਗੇ ਆ, ਉਹ ਵੀ ਸਾਰਾ ਨਿਯਮ ਦੇ ਵਿੱਚ ਹੈ। ਜੇ ਅਸੀਂ ਚੱਲ ਰਹੇ ਹਾਂ ਤਾਂ ਚੱਲਣ ਦਾ ਨਿਯਮ ਹੈ। ਜੇ ਅਸੀਂ ਬੋਲ ਰਹੇ ਹਾਂ ਤਾਂ ਸਿਸਟਮ ਹੈ, ਤਾਂ ਹੀ ਅਸੀਂ ਬੋਲ ਰਹੇ ਹਾਂ। ਜੇ ਆ ਗਲੇ ਦਾ ਸਿਸਟਮ ਹੀ ਨਾ ਹੋਏ ਤਾਂ ਅਸੀਂ ਬੋਲ ਹੀ ਨਹੀਂ ਪਾਵਾਂਗੇ। ਸੁਣ ਰਹੇ ਹਾਂ ਤੇ ਹੁਕਮ ਵਿੱਚ ਸੁਣ ਰਹੇ ਹਾਂ। ਜੇ ਸਿਸਟਮ ਹੀ ਨਾ ਹੋਏ ਤੇ ਅਸੀਂ ਸੁਣ ਨਹੀਂ ਨਾ ਪਾਵਾਂਗੇ। ਹੁਣ ਸੁਣਨਾ ਅਸੀਂ ਕੀ, ਇਹ ਸਾਡੇ ਤੇ ਡਿਪੈਂਡ ਕਰਦਾ ਹੈ ਕਿ ਅਸੀਂ ਨੈਗੇਟਿਵ ਸੁਣਨਾ ਹੈ ਕਿ ਪੋਜ਼ਿਟਿਵ, ਲੇਕਿਨ ਹੈ ਸਾਰਾ ਸਿਸਟਮ ਵਿੱਚ। ਜੇ ਅਸੀਂ ਨੈਗੇਟਿਵ ਬੋਲਾਂਗੇ ਅਸੀਂ ਨੈਗੇਟਿਵ ਹੋ ਜਾਵਾਂਗੇ, ਪੋਜ਼ਿਟਿਵ ਬੋਲਾਂਗੇ ਪੋਜ਼ਿਟਿਵ। ਇਹ ਸਾਰਾ ਕੁਝ ਸਿਸਟਮ ਦੇ ਅੰਦਰ ਹੈ, ਤੇਰੇ ਤੋਂ ਬਾਹਰ ਕੁਝ ਨਹੀਂ ਹੈ, ਹੁਕਮ ਤੋਂ ਬਾਹਰ ਕੁਝ ਨਹੀਂ। ਆਪੇ ਮਾਰੇ ਆਪ ਜਿਵਾਏ, ਪ੍ਰਭੂ ਆਪ ਹੀ ਜੀਵਨ ਦਿੰਦਾ ਹੈ ਤੇ ਆਪ ਹੀ ਮੌਤ ਦਿੰਦਾ ਹੈ। ਇਹ ਤਾਂ ਹੋ ਗਈ ਸਰੀਰਕ ਜੀਵਨ ਦੀ ਔਰ ਸਰੀਰਕ ਮੌਤ ਦੀ ਗੱਲ। ਤੇ ਪ੍ਰਭੂ ਆਪ ਹੀ ਆਤਮਿਕ ਜੀਵਨ ਦਿੰਦਾ ਹੈ ਤੇ ਆਪ ਹੀ ਕਿਸੇ ਨੂੰ ਆਤਮਿਕ ਮੌਤ ਤੇ ਮਾਰ ਦਿੰਦਾ ਹੈ। ਯਾਨੀ ਆਤਮਿਕ ਜੀਵਨ ਵੀ ਔਰ ਆਤਮਿਕ ਮੌਤ ਵੀ ਰੱਬੀ ਰਜ਼ਾ ਦੇ ਵਿੱਚ ਹੈ। ਜੇ ਚੰਗੇ ਬੰਦਾ ਕੰਮ ਕਰੇਗਾ, ਅੰਦਰੋਂ ਬਾਹਰੋਂ ਇੱਕ ਹੋਏਗਾ, ਤਾਂ ਉਹ ਆਤਮਿਕ ਜੀਵਨ ਜੀਵੇਗਾ, ਇਹ ਸਿਸਟਮ ਵਿੱਚ ਹੈ। ਤੇ ਜੇ ਬੰਦਾ ਅੰਦਰੋਂ ਹੋਰ ਤੇ ਬਾਹਰੋਂ ਹੋਰ ਹੋਏਗਾ, ਚਲਾਕੀਆਂ ਕਰੇਗਾ, ਤਾਂ ਇਨਸਾਨੀਅਤ ਅੰਦਰੋਂ ਮਰ ਜਾਏਗੀ। ਇਹ ਵੀ ਸਿਸਟਮ ਵਿੱਚ ਹੈ, ਕਿਉਂਕਿ ਸਿਸਟਮ ਹੈ ਨਾ ਇੱਕ। ਤੇ ਜੇ ਅਸੀਂ ਚੰਗਾ ਸੋਚਦੇ ਹੀ ਨਹੀਂ ਤਾਂ ਉਹਦਾ ਜਿਹੜਾ ਰਿਜ਼ਲਟ ਤਾਂ ਮਾੜਾ ਨਿਕਲੇਗਾ ਹੀ ਨਿਕਲੇਗਾ। ਤਾਂ ਇਹ ਸਾਰਾ ਕੁਝ ਹੀ ਪ੍ਰਭੂ ਤੇਰੇ ਹੁਕਮ ਵਿੱਚ ਹੈ। ਆਪੇ ਮੇਲੇ ਮੇਲ ਮਿਲਾਏ, ਮੇਲ ਦਾ ਮਤਲਬ ਮੇਲ ਵਿੱਚ। ਤਾਂ ਪ੍ਰਭੂ ਆਪ ਹੀ ਜੀਵਾਂ ਨੂੰ ਗੁਰੂ ਮਿਲਾਉਂਦਾ ਹੈ ਤੇ ਗੁਰੂ ਮਿਲਾ ਕੇ ਆਪ ਹੀ ਆਪਣੇ ਮੇਲ ਵਿੱਚ ਮਿਲਾ ਲੈਂਦਾ ਹੈ, ਆਪਣੇ ਵਿੱਚ ਮਿਲਾ ਲੈਂਦਾ ਹੈ। ਇਹ ਵੀ ਰੱਬੀ ਰਜ਼ਾ ਦੇ ਵਿੱਚ ਹੈ। ਰਜ਼ਾ ਦੇ ਵਿੱਚ ਹੀ ਸਾਨੂੰ ਗੁਰੂ ਮਿਲਦਾ ਹੈ ਤੇ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਉਸ ਹੁਕਮ, ਉਸ ਭਾਣੇ, ਉਸ ਸਿਸਟਮ ਦੇ ਅੰਦਰ ਹੀ ਅਸੀਂ ਰੱਬ ਵਿੱਚ ਮਿਲ ਜਾਂਦੇ ਹਾਂ। ਸਾਡੀ ਸੋਚ ਰੱਬ ਵਿੱਚ ਮਿਲ ਜਾਂਦੀ। ਇੱਕ ਸਿਸਟਮ ਹੈ ਪੂਰੇ ਦਾ ਪੂਰਾ। ਜਿਵੇਂ ਹੁਣ ਅਸੀਂ ਜਿੰਨੇ ਵੀ 15 20 ਵੀਰ ਭੈਣਾਂ ਕਲਾਸ ਵਿੱਚ ਹਾਂ, ਤਾਂ ਸਮਾਂ ਇੱਕ ਚੱਲ ਰਿਹਾ ਹੈ ਨਾ, ਤੇ ਇੰਟਰਨੈਟ ਵੀ ਇੱਕ ਸਿਸਟਮ ਦੇ ਵਿੱਚ ਚੱਲ ਰਿਹਾ ਹੈ। ਅਸੀਂ ਹੁਣ ਇਸ ਸਿਸਟਮ ਨੂੰ ਯੂਜ਼ ਕਰ ਰਹੇ ਹਾਂ ਕਲਾਸ ਲਾਉਣ ਵਾਸਤੇ, ਬਾਣੀ ਨੂੰ ਸਮਝਣ ਵਾਸਤੇ, ਔਰ ਅਸੀਂ ਉਦਮ ਕੀਤਾ ਹੈ ਗੁਰਬਾਣੀ ਨੂੰ ਸਮਝਣ ਦਾ। ਤਾਂ ਹੁਣ ਇਸ ਨਿਯਮ ਦੇ ਅੰਦਰ ਸਾਨੂੰ ਬਾਣੀ ਸਮਝ ਆਏਗੀ। ਅਸੀਂ ਕੋਈ ਚੰਗੀ ਗੱਲ ਸਿੱਖਣ ਦਾ ਯਤਨ ਕਰ ਰਹੇ ਹਾਂ ਤਾਂ ਇਸ ਨਿਯਮ ਦੇ ਅੰਦਰ ਸਾਨੂੰ ਚੰਗੀ ਗੱਲ ਸੁਣਨ ਨੂੰ ਮਿਲੇਗੀ, ਕਰਨ ਨੂੰ ਮਿਲੇਗੀ, ਸਿੱਖਣ ਨੂੰ ਮਿਲੇਗੀ। ਤੇ ਜੇ ਕੋਈ ਚਾਰ ਥਾਵਾਂ ਤੇ ਚਾਰ ਜੀ ਬਹਿ ਕੇ ਕਿਤੇ ਉਹ ਸ਼ਰਾਬ ਕੱਢਣ ਦੀਆਂ ਗੱਲਾਂ ਕਰ ਰਹੇ ਨੇ, ਰਿਸ਼ਵਤਖੋਰੀ ਲੈਣ ਦੇਣ ਦੀਆਂ ਗੱਲਾਂ ਕਰ ਰਹੇ ਨੇ, ਤਾਂ ਉਸ ਸਿਸਟਮ ਦੇ ਅੰਦਰ ਉਹਨਾਂ ਨੂੰ ਉਹ ਚੀਜ਼ ਮਿਲ ਜਾਏਗੀ। ਸਿਸਟਮ ਹੈ ਨਾ, ਜਿਵੇਂ ਅਸੀਂ ਯੂਜ਼ ਕਰਾਂਗੇ ਉਵੇਂ ਮਿਲੇਗਾ। ਹੁਣ ਇਸ ਸਿਸਟਮ ਨੂੰ ਅਸੀਂ ਕਿਵੇਂ ਯੂਜ਼ ਕਰਦੇ ਹਾਂ, ਇਹ ਸਾਡੇ ਤੇ ਡਿਪੈਂਡ ਕਰੇਗਾ। ਜੇ ਆਪਾਂ ਇੰਟਰਨੈਟ ਦੀ ਗੱਲ ਕਰੀਏ, ਹੁਣ ਗੂਗਲ ਦੇ ਉੱਤੇ ਕਿੰਨਾ ਕੁਝ ਚੰਗਾ ਪਿਆ ਹੋਇਆ ਹੈ। ਜੇ ਅਸੀਂ ਚੰਗਾ ਖੋਜੀਏ ਤੇ ਬਹੁਤ ਚੰਗੇ ਤੋਂ ਚੰਗੇ ਵਿਚਾਰ ਸਾਨੂੰ ਮਿਲ ਜਾਂਦੇ ਨੇ, ਤੇ ਜੇ ਕੋਈ ਮਾੜਾ ਖੋਜੇ ਤੇ ਮਾੜੇ ਤੋਂ ਮਾੜਾ। ਸੋਸ਼ਲ ਮੀਡੀਆ ਹੈ, ਜੇ ਉਹਨੂੰ ਚੰਗੇ ਵਾਸਤੇ ਯੂਜ਼ ਕਰੋ ਤਾਂ ਚੰਗੇ ਵਾਸਤੇ ਯੂਜ਼ ਕਰ ਲਓ, ਤੇ ਜੇ ਮਾੜੇ ਵਾਸਤੇ ਯੂਜ਼ ਕਰੋ ਤੇ ਕਿੰਨਾ ਊਟ ਪਟਾਂਗ ਭਰਿਆ ਪਿਆ ਹੈ ਨਾ, ਬਹੁਤ ਕੁਝ। ਤਾਂ ਜਿਵੇਂ ਅਸੀਂ ਇਸ ਸਿਸਟਮ ਨੂੰ ਯੂਜ਼ ਕਰਾਂਗੇ, ਚੰਗਾ ਮਾੜਾ, ਉਹਦਾ ਸਾਨੂੰ ਫਲ ਮਿਲੇਗਾ। ਤਾਂ ਆਪ ਹੀ ਗੁਰੂ ਮਿਲਾਉਂਦਾ ਹੈ ਤੇ ਆਪ ਹੀ ਗੁਰੂ ਦੇ ਰਾਹੀਂ ਆਪਣੇ ਵਿੱਚ ਮਿਲਾ ਲੈਂਦਾ ਹੈ, ਜੋ ਇਸ ਹੁਕਮ ਦੀ ਪਾਲਣਾ ਕਰਦਾ ਹੈ। ਸੇਵਾ ਤੇ ਸਦਾ ਸੁਖ ਪਾਇਆ, ਗੁਰਮੁਖ ਸਹਿਜ ਮਾਵਣਿਆ। ਗੁਰੂ ਦੀ ਦੱਸੀ ਸੇਵਾ ਕੀਤਿਆਂ ਸਦਾ ਹੀ ਆਤਮਿਕ ਆਨੰਦ ਮਿਲਦਾ ਹੈ। ਗੁਰੂ ਦੀ ਦੱਸੀ ਸੇਵਾ ਦਾ ਮਤਲਬ ਗੁਰੂ ਦਾ ਦਿੱਤਾ ਵੇ ਆਫ ਲਾਈਫ ਜੇ ਜੀਵਿਆ ਜਾਏ ਤਾਂ ਹਮੇਸ਼ਾ ਹੀ ਸੁਖ ਮਿਲਦਾ ਹੈ। ਗੁਰਮੁਖ ਸਹਿਜ ਸਮਾਵਣਿਆ, ਗੁਰੂ ਦੇ ਸ਼ਰਨੀ ਪੈਣ ਵਾਲਾ ਜਿਹੜਾ ਮਨੁੱਖ ਹੈ ਉਹ ਹਮੇਸ਼ਾ ਸਹਿਜ ਅੰਦਰ ਸਮਾਇਆ ਰਹਿੰਦਾ ਹੈ। ਉਹਦੇ ਜੀਵਨ ਵਿੱਚ ਅਸਹਿਜ ਨਹੀਂ ਹੁੰਦਾ। ਉਹ ਅੰਦਰੋਂ ਬਾਹਰੋਂ ਇੱਕ ਹੋ ਕੇ ਆਤਮਿਕ ਆਨੰਦ ਮਾਣਦਾ ਹੈ, ਖੁਸ਼ੀਆਂ ਮਾਣਦਾ ਹੈ। ਤੇ ਜੇ ਅਸੀਂ ਇਸ ਸਿਸਟਮ ਨੂੰ ਫੋਲੋ ਕਰੀਏ, ਗੁਰੂ ਦੀ ਪਾਵਨ ਬਾਣੀ ਮੁਤਾਬਕ ਜ਼ਿੰਦਗੀ ਜੀਵੀਏ,
ਤਾਂ ਅਸੀਂ ਵੀ ਸदैਵੀ ਸੁਖ ਪਾ ਸਕਦੇ ਹਾਂ। ਜੇ ਕੋਈ ਦੂਜਾ, ਤੀਜਾ, ਚੌਥਾ, ਪੰਜਵਾਂ ਕੋਈ ਵੀ ਗੁਰਬਾਣੀ ਨੂੰ ਫੋਲੋ ਕਰੇਗਾ ਤਾਂ ਉਹ ਹਮੇਸ਼ਾ ਸੁਖ ਪਾਏਗਾ, ਕਿਉਂਕਿ ਇਹ ਨਿਯਮ ਹੈ ਸੁਖ ਪਾਣ ਦਾ। ਚੰਗਾ ਬੋਲਣਾ, ਚੰਗਾ ਵੇਖਣਾ, ਚੰਗਾ ਕਰਨਾ, ਚੰਗਾ ਸੋਚਣਾ, ਹਮੇਸ਼ਾ ਮੈਂ ਪੋਜ਼ਿਟਿਵ ਰਹਿਣਾ, ਤਾਂ ਇਹ ਨਿਯਮ ਹੈ, ਸੁਖ ਮਿਲੇਗਾ। ਦੂਜੇ ਪਾਸੇ ਜੇ ਕੋਈ ਹਮੇਸ਼ਾ ਨੈਗੇਟਿਵ ਸੋਚਦਾ ਹੈ, ਮਾੜਾ ਬੋਲਦਾ ਹੈ, ਮਾੜਾ ਕਰਦਾ ਹੈ, ਤੇ ਉਹ ਸਿਸਟਮ ਦੇ ਵਿੱਚ ਦੁੱਖ ਮਿਲੇਗਾ। ਆਪੇ ਉੱਚਾ ਉੱਚੋ ਹੋਈ, ਉੱਚੋ ਉੱਚਾ ਦਾ ਮਤਲਬ ਉੱਚੇ ਤੋਂ ਉੱਚਾ। ਪ੍ਰਭੂ ਆਪ ਹੀ ਉੱਚੇ ਤੋਂ ਉੱਚਾ ਹੈ। ਉੱਚੇ ਤੋਂ ਉੱਚਾ ਮਤਲਬ ਵੱਡਾ, ਮਹਾਨ, ਯਾਨੀ ਮਾਇਆ ਦੇ ਪ੍ਰਭਾਵ ਤੋਂ ਉੱਚਾ ਹੈ। ਉਹਦੇ ਉੱਤੇ ਕੋਈ ਮਾਇਆ ਆਦਿਕ ਦਾ ਪ੍ਰਭਾਵ ਨਹੀਂ ਹੈ। ਜਿਸ ਆਪ ਵਿਖਾਲੇ ਸੋ ਵੇਖੈ ਕੋਈ, ਕੋਈ ਦਾ ਮਤਲਬ ਕੋਈ ਵਿਰਲਾ। ਤਾਂ ਜਿਸ ਕਿਸੇ ਵਡਭਾਗੀ ਮਨੁੱਖ ਨੂੰ ਪ੍ਰਭੂ ਆਪਣਾ ਆਪਾ ਦਿਖਾਉਂਦਾ ਹੈ ਤਾਂ ਉਹ ਉਹਨੂੰ ਵੇਖ ਲੈਂਦਾ ਹੈ, ਉਹਨੂੰ ਸਮਝ ਪੈ ਜਾਂਦੀ ਹੈ ਕਿ ਵਾਸਤਵ ਦੇ ਵਿੱਚ ਹੀ ਉਹ ਬੜੀਆਂ ਤਾਕਤਾਂ ਵਾਲਾ ਹੈ, ਬੜੀਆਂ ਤਾਕਤਾਂ ਵਾਲਾ। ਜਿਵੇਂ ਹੁਣ ਥੋੜੀ ਦੇਰ ਪਹਿਲਾਂ ਭੈਣ ਜੀ ਮਤਲਬ ਕਵਿਤਾ ਸੁਣਾ ਰਹੇ ਸਨ, ਤਾਂ ਉਹ ਕਵਿਤਾ ਦੇ ਵਿੱਚ ਬੜੇ ਗਹਿਰੇ ਭਾਵ ਲੈ ਗਏ ਨੇ। ਤਾਂ ਜਿਹਨੂੰ ਆਪ ਵਿਖਾਉਂਦਾ ਨਾ ਆਪਣੀ ਸਮਰੱਥਾ, ਉਹਨੂੰ ਇਹ ਸਮਝ ਆ ਜਾਂਦੀ ਹੈ ਕਿ ਵਾਸਤਵ ਦੇ ਵਿੱਚ ਹੀ ਇਸ ਕੁਦਰਤ ਦੇ ਅੰਦਰ ਬੜੇ ਵੱਡੇ ਵੱਡੇ ਕੌਤਕ ਨੇ, ਕਿ ਐਡੀਆਂ ਐਡੀਆਂ ਵੱਡੀਆਂ ਧਰਤੀਆਂ, ਚੰਦਰਮਾ, ਸੂਰਜ, ਗ੍ਰਹਿ, ਨਕਸ਼ਤਰ, ਅਨੰਤ ਅਨੰਤ ਆਕਾਸ਼ ਗੰਗਾਵਾਂ ਕਿਵੇਂ ਭੁਆਟਲੀਆਂ ਲੈ ਰਹੀਆਂ ਨੇ ਨਾ, ਕਿਵੇਂ ਇਹ ਪੈਦਾ ਹੋ ਗਈਆਂ, ਕਿਵੇਂ ਕਿਵੇਂ ਮਤਲਬ ਭੁਆਟਲੀਆਂ ਲਈ ਜਾ ਰਹੀਆਂ ਨੇ, ਚੱਲੀ ਜਾ ਰਹੀਆਂ ਨੇ। ਇੰਨੀ ਵੱਡੀ ਸਮਰੱਥਾ, ਇੰਨਾ ਵੱਡਾ ਸਿਸਟਮ ਜਿਹਨੂੰ ਵਿਖਾਉਂਦਾ ਹੈ, ਜਿਹਨੂੰ ਸੂਝ ਬਖਸ਼ਦਾ ਹੈ, ਉਹ ਇਸ ਚੀਜ਼ ਨੂੰ ਵੇਖ ਲੈਂਦਾ ਹੈ, ਮਤਲਬ ਜਾਣ ਲੈਂਦਾ ਹੈ, ਸਮਝ ਲੈਂਦਾ ਹੈ। ਨਾਨਕ ਨਾਮ ਵਸੈ ਘਟ ਅੰਤਰ, ਆਪੇ ਵੇਖ ਵਿਖਾਲਣਿਆ। ਵੇਖ ਦਾ ਮਤਲਬ ਵੇਖ ਕੇ, ਵਿਖਾਲਣਿਆਂ ਦਾ ਮਤਲਬ ਦੂਜਿਆਂ ਨੂੰ ਵਿਖਾਉਂਦਾ ਹੈ। ਜਿਨ੍ਹਾਂ ਦੇ ਚਿੱਤ ਅੰਦਰ ਹੁਕਮ ਵਸ ਜਾਂਦਾ ਹੈ, ਨਾਮ ਦਾ ਮਤਲਬ ਹੁਕਮ, ਜਿਨ੍ਹਾਂ ਦੇ ਅੰਦਰ ਰੱਬੀ ਰਜ਼ਾ ਵਸ ਜਾਂਦੀ ਹੈ, ਪ੍ਰਭੂ ਦਾ ਇਹ ਭਾਣਾ, ਪ੍ਰਭੂ ਦੇ ਇਹ ਗੁਣ, ਇਹ ਗਿਆਨ, ਇਹ ਦਾਤ ਵਸ ਜਾਂਦੀ ਹੈ, ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਪ੍ਰਭੂ ਨੂੰ ਵੇਖ ਲੈਂਦੇ ਨੇ ਤੇ ਹੋਰਨਾਂ ਨੂੰ ਵੀ ਉਹ ਵਿਖਾਉਂਦੇ ਨੇ, ਹੋਰਨਾਂ ਨੂੰ ਵੀ ਵਿਖਾਉਂਦੇ ਨੇ। ਤਾਂ ਪ੍ਰਭੂ ਦੀ ਆਪਣੀ ਹੀ ਮਿਹਰ ਨਾਲ ਕਿਸੇ ਵਡਭਾਗੀ ਮਨੁੱਖ ਦੇ ਹਿਰਦੇ ਵਿੱਚ ਜਦੋਂ ਪ੍ਰਭੂ ਦਾ ਹੁਕਮ ਆਵਸਤ ਹੈ, ਤਾਂ ਉਸ ਹੁਕਮ ਵਿੱਚ ਪ੍ਰਗਟ ਹੋ ਕੇ ਪ੍ਰਭੂ ਆਪ ਹੀ ਆਪਣੇ ਸਰੂਪ ਦਾ ਦਰਸ਼ਨ ਕਰਕੇ ਹੋਰਨਾਂ ਨੂੰ ਦਰਸ਼ਨ ਕਰਾਉਂਦਾ ਹੈ। ਇਹ ਚੀਜ਼ ਨੂੰ ਸੌਖੀ ਜੀ ਸ਼ਬਦਾਵਲੀ ਵਿੱਚ ਸਮਝ ਲਓ ਕਿ ਜਿਨ੍ਹਾਂ ਦੀ ਸੋਚ ਦੇ ਅੰਦਰ ਰੱਬੀ ਹੁਕਮ ਵਸ ਜਾਂਦਾ ਹੈ, ਯਾਨੀ ਜੋ ਇਸ ਰੱਬੀ ਹੁਕਮ ਨੂੰ, ਕੁਦਰਤ ਦੇ ਬਜਵੇਂ ਨਿਯਮਾਂ ਨੂੰ ਸਮਝ ਲੈਂਦੇ ਨੇ, ਉਹ ਫਿਰ ਇਹਦੀ ਸਾਰੀ ਸਮਰੱਥਾ ਨੂੰ ਵੇਖ ਲੈਂਦੇ ਨੇ, ਉਹਨਾਂ ਨੂੰ ਸਮਝ ਪੈ ਜਾਂਦੀ ਹੈ। ਤੇ ਵਿਖਾਲਣਿਆਂ ਦਾ ਮਤਲਬ ਉਹ ਦੂਜਿਆਂ ਨੂੰ ਵੀ ਵਿਖਾਉਂਦੇ ਨੇ, ਦੂਜਿਆਂ ਨੂੰ ਵੀ ਉਹ ਦੱਸਦੇ ਨੇ, ਦੂਜਿਆਂ ਨੂੰ ਇਸ ਗਿਆਨ ਦੀ ਦਾਤ ਵੰਡਦੇ ਨੇ ਕਿ ਆ ਸਾਰਾ ਕੁਝ ਇੱਕ ਹੀ ਫੈਲਿਆ ਹੋਇਆ ਹੈ। ਉਹ ਇਸ ਚੀਜ਼ ਨੂੰ ਸਮਝ ਜਾਂਦੇ ਨੇ ਤੇ ਦੂਜਿਆਂ ਨੂੰ ਵੀ ਇਹ ਵਿਖਾਉਂਦੇ ਨੇ, ਇਹ ਸਮਝਾਉਂਦੇ ਨੇ। ਮਾਝ ਮਹਿਲਾ ਤੀਜਾ। ਮੇਰਾ ਪ੍ਰਭ ਭਰਪੂਰ ਰਹਿਆ ਸਭ ਥਾਈਂ। ਮੇਰਾ ਪ੍ਰਭੂ ਸਭ ਥਾਵਾਂ ਦੇ ਅੰਦਰ ਪੂਰਨ ਤੌਰ ਤੇ ਮੌਜੂਦ ਹੈ, ਸਭ ਥਾਵਾਂ ਤੇ। ਹੁਣ ਦੇਖੋ, ਇੰਨੀ ਸਪਸ਼ਟ ਸ਼ਬਦਾਵਲੀ ਹੋਣ ਤੋਂ ਬਾਅਦ ਵੀ ਕਿਉਂਕਿ ਬੰਦਾ ਗੁਰਬਾਣੀ ਤੇ ਵਿਸ਼ਵਾਸ ਨਹੀਂ ਕਰ ਰਿਹਾ ਔਰ ਇਹਨਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਨਹੀਂ ਕਰ ਰਿਹਾ, ਕਿਤੇ ਨਾ ਕਿਤੇ ਸਾਡੇ ਅੰਦਰ ਕਿਤੇ ਨਾ ਕਿਸੇ ਨਾ ਕਿਸੇ ਬੰਦੇ ਦਾ ਕਿਹਾ ਹੋਇਆ, ਕਿਸੇ ਬਾਬੇ ਦਾ ਕਿਹਾ ਹੋਇਆ ਜਾਂ ਕਿਸੇ ਪ੍ਰਚਾਰਕ ਆਦਿਕ ਦਾ ਕਿਹਾ ਹੋਇਆ ਵਿਚਾਰ ਮਨ ਦੇ ਅੰਦਰ ਵਸ ਗਿਆ ਹੈ ਕਿ ਰੱਬ ਇਸ ਦੁਨੀਆ ਤੋਂ ਵੱਖਰਾ ਹੈ, ਕਿਤੇ ਉੱਤੇ ਸੱਚਖੰਡ ਵਿੱਚ ਬੈਠਾ ਹੈ, ਜਾਂ ਉਹ ਜੰਨਤ ਵਿੱਚ, ਜਾਂ ਸਵਰਗ ਵਿੱਚ, ਜਾਂ ਬੈਕੁੰਠ ਵਿੱਚ, ਜਾਂ ਇਸ ਦੁਨੀਆ ਤੋਂ ਵੱਖਰਾ ਕਿਰੇ ਘਰ ਬਣਾ ਕੇ ਬੈਠਾ ਹੋਇਆ ਹੈ, ਉਥੋਂ ਆ ਕੇ ਮਿਲੇਗਾ। ਹੁਣ ਇਹ ਵਿਚਾਰ ਕਿਤੇ ਨਾ ਕਿਤੇ ਵਸਿਆ ਹੋਇਆ ਅੰਦਰ ਤੇ ਇਹ ਨਿਕਲਣਾ ਬੜਾ ਔਖਾ ਹੋਇਆ ਪਿਆ। ਪਰ ਗੁਰੂ ਜੀ ਸਾਨੂੰ ਕਹਿੰਦੇ ਨੇ ਮੇਰਾ ਪ੍ਰਭ ਭਰਪੂਰ ਰਹਿਆ ਸਭ ਥਾਈਂ। ਮੇਰਾ ਰੱਬ ਤੇ ਉਹ ਹੈ ਜਿਹੜਾ ਹਰ ਥਾਂ ਤੇ ਪਰਿਪੂਰਨ ਹੈ, ਜਿਹੜਾ ਚਾਰ ਚੁਫੇਰੇ ਫੈਲਿਆ ਹੋਇਆ ਹੈ, ਜਿਹੜਾ ਚਾਰ ਚੁਫੇਰੇ ਸਮਾਇਆ ਹੋਇਆ ਹੈ, ਮੇਰਾ ਰੱਬ ਤੇ ਉਹ ਹੈ। ਹੁਣ ਇਹਦੇ ਤੋਂ ਵੱਧ ਸਪਸ਼ਟ ਸ਼ਬਦਾਵਲੀ ਹੋਰ ਕੀ ਹੋ ਸਕਦੀ ਹੈ? ਗੁਰ ਪ੍ਰਸਾਦੀ ਘਰ ਹੀ ਮਹਿ ਪਾਈ। ਤਾਂ ਗੁਰੂ ਦੀ ਕਿਰਪਾ ਦੇ ਨਾਲ ਮੈਂ ਉਹਨੂੰ ਆਪਣੇ ਹਿਰਦੇ ਘਰ ਵਿੱਚ ਹੀ ਲੱਭ ਲਿਆ ਹੈ, ਆਪਣੇ ਅੰਦਰੋਂ ਹੀ ਲੱਭ ਲਿਆ ਹੈ। ਹਿਰਦੇ ਘਰ ਦਾ ਮਤਲਬ ਸੋਚ ਵਿੱਚੋਂ।
ਗੁਰੂ ਦੀ ਕਿਰਪਾ ਨਾਲ। ਗੁਰੂ ਦੀ ਕਿਰਪਾ ਦਾ ਮਤਲਬ ਗੁਰੂ ਦਾ ਗਿਆਨ, ਗੁਰੂ ਦਾ ਦਿੱਤਾ ਵੇ ਆਫ ਲਾਈਫ, ਗੁਰੂ ਦੀ ਦਿੱਤੀ ਹੋਈ ਸੋਚ। ਜਦੋਂ ਮੈਂ ਉਸ ਸੋਚ ਨੂੰ ਅਪਣਾਇਆ ਤਾਂ ਮੈਨੂੰ ਆਪਣੇ ਅੰਦਰੋਂ ਹੀ ਲੱਭ ਗਿਆ, ਮੈਨੂੰ ਚਾਰ ਚੁਫੇਰੇ ਨਜ਼ਰੀ ਪੈ ਗਿਆ, ਇਹ ਗੱਲ ਸਮਝ ਆ ਗਈ। ਤੇ ਹੁਣ ਸਦਾ ਸਰੇਵੀਂ, ਇੱਥੇ ਬਿੰਦੀ ਲਾ ਕੇ ਪਾਠ ਕਰਨਾ ਹੈ। ਸਰੇਵੀਂ, ਸਦਾ ਸਰੇਵੀਂ, ਇਕ ਮਨ ਧਿਆਈ, ਗੁਰਮੁਖ ਸੱਚ ਸਮਾਵਣਿਆ। ਸਰੇਵੀਂ ਦਾ ਮਤਲਬ ਮੈਂ ਸੇਵਾ ਕਰਦਾ ਹਾਂ। ਇਕ ਮਨ ਦਾ ਮਤਲਬ ਇਕਾਗਰ ਹੋ ਕੇ, ਗੁਰਮੁਖ ਦਾ ਮਤਲਬ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ, ਤੇ ਸੱਚ ਦਾ ਮਤਲਬ ਸੱਚ ਵਿੱਚ। ਹੁਣ ਜਦੋਂ ਸਮਝ ਆ ਗਈ ਹੈ ਤਾਂ ਮੈਂ ਹੁਣ ਉਹ ਸਦਾ ਸਾਈਂ ਨੂੰ ਸਿਮਰਦਾ ਹਾਂ, ਇਕਾਗਰ ਹੁੰਦਾ ਹਾਂ, ਇੱਕ ਮਨ ਹੋ ਕੇ ਮੈਂ ਇਸ ਚੀਜ਼ ਨੂੰ ਫੋਲੋ ਕਰ ਰਿਹਾ ਹਾਂ ਔਰ ਇਸ ਚੀਜ਼ ਨੂੰ ਆਪਣੇ ਧਿਆਨ ਦੇ ਅੰਦਰ ਵਸਾ ਲਿਆ ਹੈ ਕਿ ਚਾਰ ਚੁਫੇਰੇ ਇੱਕ ਰੱਬ ਹੀ ਫੈਲਿਆ ਹੋਇਆ ਹੈ। ਸਦਾ ਮੈਂ ਉਹਦੇ ਹੁਕਮ ਵਿੱਚ ਤੁਰਦਾ ਹਾਂ। ਸਦਾ ਸਰੇਵੀਂ, ਸਦਾ ਮੈਂ ਉਹਦੇ ਹੁਕਮ ਵਿੱਚ ਤੁਰਦਾ ਹਾਂ। ਇੱਕ ਮਨ ਧਿਆਈ, ਇੱਕ ਮਨ ਚਿਤ ਹੋ ਕੇ ਮੈਂ ਉਸ ਪ੍ਰਭੂ ਦੀ ਸਿਫਤ ਸਲਾਹ ਕਰਦਾ ਹਾਂ। ਗੁਰਮੁਖ ਸੱਚ ਸਮਾਵਣਿਆ, ਔਰ ਗੁਰੂ ਦੀ ਸ਼ਰਨੀ ਪੈ ਕੇ ਮੈਂ ਸੱਚ ਦੇ ਅੰਦਰ ਹੀ ਸਮਾ ਗਿਆ ਹਾਂ। ਜਿਹੜਾ ਬੰਦਾ ਰੱਬ ਨੂੰ ਸਮਝ ਲੈਂਦਾ ਉਹ ਸੱਚ ਦੇ ਅੰਦਰ ਸਮਾ ਜਾਂਦਾ ਹੈ। ਉਹਦੇ ਅੰਦਰ ਝੂਠ, ਫਰੇਬ, ਚਲਾਕੀਆਂ ਨਹੀਂ ਰਹਿੰਦੀਆਂ। ਹਉ ਵਾਰੀ ਜੀਓ ਵਾਰੀ, ਜਗ ਜੀਵਨ ਮਨ ਵਸਾਵਣਿਆ। ਜਗ ਜੀਵਨ ਦਾ ਮਤਲਬ ਜਗਤ ਦਾ ਜੀਵਨ। ਮੈਂ ਉਹਨਾਂ ਬੰਦਿਆਂ ਤੋਂ, ਉਹਨਾਂ ਇਨਸਾਨਾਂ ਤੋਂ ਕੁਰਬਾਨ ਹਾਂ ਜਿਹੜੇ ਜਗਤ ਦੇ ਜੀਵਨ ਪ੍ਰਭੂ ਨੂੰ ਆਪਣੇ ਮਨ ਦੇ ਅੰਦਰ ਵਸਾਈ ਰੱਖਦੇ ਨੇ। ਪ੍ਰਭੂ ਨੂੰ ਮਨ ਵਿੱਚ ਵਸਾਉਣ ਦਾ ਮਤਲਬ ਰੱਬੀ ਰਜਾ ਭਾਣੇ ਵਿੱਚ ਤੁਰਨਾ ਔਰ ਰੱਬੀ ਗੁਣਾਂ ਨੂੰ ਆਪਣੀ ਸੋਚ ਦੇ ਅੰਦਰ ਵਸਾ ਕੇ ਰੱਖਣਾ। ਮੈਂ ਉਹਨਾਂ ਤੋਂ ਕੁਰਬਾਨ ਹਾਂ। ਹਰ ਜਗ ਜੀਵਨ ਨਿਰਭਉ ਦਾਤਾ, ਗੁਰਮਤਿ ਸਹਿਜ ਸਮਾਵਣਿਆ। ਹਰੀ ਜਗਤ ਨੂੰ ਜ਼ਿੰਦਗੀ ਦੇਣ ਵਾਲਾ ਹੈ। ਨਿਰਭਉ ਦਾ ਮਤਲਬ ਨਿਡਰ ਹੈ, ਡਰ ਤੋਂ ਰਹਿਤ ਹੈ ਔਰ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ। ਜਿਹੜਾ ਮਨੁੱਖ ਗੁਰੂ ਦੀ ਮੱਤ ਲੈ ਕੇ ਐਸੇ ਪ੍ਰਭੂ ਨੂੰ ਆਪਣੇ ਮਨ ਵਿੱਚ ਵਸਾਉਂਦਾ ਹੈ, ਫਿਰ ਉਹ ਆਤਮਿਕ ਅਡੋਲਤਾ ਦੇ ਅੰਦਰ ਸਮਾ ਜਾਂਦਾ ਹੈ, ਸਹਿਜ ਵਿੱਚ ਸਮਾ ਜਾਂਦਾ ਹੈ। ਯਾਨੀ ਫਿਰ ਉਹ ਬੰਦਾ ਹਰ ਵਕਤ ਆਤਮਿਕ ਆਨੰਦ ਮਾਣਦਾ ਹੈ, ਖੁਸ਼ੀਆਂ ਮਾਣਦਾ ਹੈ, ਅੰਦਰੋਂ ਬਾਹਰੋਂ ਸੱਚ ਦੇ ਨਾਲ ਉਹ ਜੁੜਿਆ ਰਹਿੰਦਾ ਹੈ। ਘਰ ਹੀ ਮਹਿ ਧਰਤੀ, ਧੌਲ ਪਾਤਾਲਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਘਰ ਹੀ ਮਹਿ ਦਾ ਮਤਲਬ ਆਪਣੇ ਹਿਰਦੇ ਦੇ ਅੰਦਰ ਹੀ। ਧਰਤੀ, ਧੌਲ, ਪਾਤਾਲਾ। ਧੌਲ ਦਾ ਮਤਲਬ ਆਸਰਾ। ਆਮ ਇੱਕ ਮਨੌਤ ਸੀ ਨਾ ਕਿ ਇਸ ਧਰਤੀ ਨੂੰ ਧੌਲੇ ਬੈਲ ਨੇ ਚੁੱਕਿਆ ਹੋਇਆ ਹੈ, ਤੇ ਜਦੋਂ ਉਹ ਸਿੰਘ ਬਦਲਦਾ ਹੈ ਤੇ ਉਦੋਂ ਭੁਚਾਲ ਆਉਂਦੇ ਨੇ। ਤਾਂ ਇਹ ਮਨੌਤ ਹੈ, ਇੱਕ ਮਿਥਿਆਸ ਹੈ, ਕਿਸੇ ਬੈਲ ਨੇ ਨਹੀਂ ਚੁੱਕਿਆ ਹੋਇਆ। ਗੁਰੂ ਜੀ ਨੇ ਪਾਵਨ ਬਾਣੀ ਵਿੱਚ ਵਚਨ ਕੀਤਾ ਹੈ, ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ ਤਲੈ ਕਵਣ ਜੋਰ। ਕਿ ਜੇ ਧਰਤੀ ਥੱਲੇ ਬੈਲ ਹੈ ਤੇ ਬੈਲ ਕਿੱਥੇ ਖਲੋਤਾ ਹੈ, ਉਹਦੇ ਥੱਲੇ ਹੋਰ ਧਰਤੀ ਤੇ ਉਹ ਧਰਤੀ ਕਿੱਥੇ ਖਲੋਤੀ ਹੈ। ਇੱਥੇ ਧੌਲ ਦਾ ਮਤਲਬ ਹੈ ਆਸਰਾ। ਜਿਹੜਾ ਪ੍ਰਭੂ ਧਰਤੀ ਔਰ ਪਤਾਲ ਆਦਿਕ ਦਾ ਆਸਰਾ ਹੈ, ਉਹ ਮਨੁੱਖ ਦੇ ਹਿਰਦੇ ਵਿੱਚ ਵਸਦਾ ਹੈ। ਘਰ ਹੀ ਮਹਿ, ਘਰ ਹੀ ਦਾ ਮਤਲਬ ਹਿਰਦੇ ਵਿੱਚ। ਧਰਤੀ, ਧੌਲ, ਪਾਤਾਲਾ ਦਾ ਮਤਲਬ ਧਰਤੀ ਔਰ ਪਤਾਲ ਆਦਿਕ ਦਾ ਜੋ ਆਸਰਾ ਹੈ ਉਹ ਬੰਦੇ ਦੇ ਹਿਰਦੇ ਵਿੱਚ ਵਸਦਾ ਹੈ। ਉਹ ਬੰਦੇ ਦੇ ਅੰਦਰ ਵੀ ਹੈ, ਬੰਦੇ ਤੋਂ ਵੱਖਰਾ ਨਹੀਂ ਹੈ। ਘਰ ਹੀ ਮਹਿ ਪ੍ਰੀਤਮ, ਸਦਾ ਹੈ ਬਾਲਾ। ਬਾਲਾ ਦਾ ਮਤਲਬ ਜਵਾਨ। ਤਾਂ ਉਹ ਪ੍ਰੀਤਮ ਪ੍ਰਭੂ ਸਦਾ ਜਵਾਨ ਰਹਿਣ ਵਾਲਾ ਹਰੇਕ ਹਿਰਦੇ ਦੇ ਅੰਦਰ ਵਸਦਾ ਹੈ। ਤਾਂ ਪ੍ਰਭੂ ਸਦਾ ਜਵਾਨ ਰਹਿਣ ਵਾਲਾ ਦਾ ਮਤਲਬ ਉਹਦੇ ਬਲ ਦੇ ਅੰਦਰ ਕਦੇ ਕਮੀ ਨਹੀਂ ਹੁੰਦੀ। ਤੇ ਜਿਸ ਇਨਸਾਨ ਦੇ ਸੋਚ ਦੇ ਅੰਦਰ ਉਹ ਵਸੇਗਾ ਨਾ, ਉਸ ਮਨੁੱਖ ਦੇ ਅੰਦਰ ਵੀ ਕਦੇ ਨੈਗੇਟਿਵਿਟੀ ਨਹੀਂ ਆਏਗੀ। ਉਸ ਬੰਦੇ ਦੇ ਅੰਦਰ ਵੀ ਜਿੱਥੇ ਪਿਆਰਾ ਪ੍ਰਭੂ ਵਸੇਗਾ, ਉਹਦੇ ਅੰਦਰ ਕਦੇ ਈਰਖਾ, ਦਵੇਸ਼, ਵੈਰ, ਵਿਰੋਧ ਨਹੀਂ ਆਉਣਗੇ। ਤਾਂ ਉਹ ਸਦਾ ਸਾਡੇ ਹਿਰਦੇ ਅੰਦਰ ਹੈ, ਸੋਚ ਅੰਦਰ ਹੈ। ਉਹਨੂੰ ਜਦੋਂ ਮਰਜ਼ੀ ਪ੍ਰਗਟ ਕਰ ਲਓ। ਤੁਹਾਡੇ ਜੇਬ ਦੇ ਵਿੱਚ ਕਾਰਡ ਹੈ ਨਾ ਬੈਂਕ ਦਾ, ਤੇ ਜਦੋਂ ਤੁਸੀਂ ਯੂਜ਼ ਕਰਨਾ ਚਾਹੋ ਕੱਢੋ ਤੇ ਆਪਣਾ ਪਿਨ ਲਾ ਕੇ ਤੇ ਯੂਜ਼ ਕਰ ਲਓ। ਤੁਹਾਡੇ ਘਰ ਪੈਸੇ ਨੇ, ਆਪਣੇ ਪੈਸਿਆਂ ਨੂੰ ਜਦੋਂ ਮਰਜ਼ੀ ਯੂਜ਼ ਕਰ ਲਓ। ਕਾਰ ਹੈ ਤਾਂ ਕਾਰ ਨੂੰ ਜਦੋਂ ਮਰਜ਼ੀ ਯੂਜ਼ ਕਰ ਸਕਦੇ ਹੋ, ਚਾਬੀ ਲਾਈ ਤੇ ਯੂਜ਼ ਕਰ ਲਿਆ।
ਹੁਣ ਰੱਬ ਸਾਡੇ ਅੰਦਰ ਹੈ, ਗੁਣ ਸਾਡੇ ਅੰਦਰ ਨੇ। ਜਦੋਂ ਮਰਜ਼ੀ ਉਹਨਾਂ ਨੂੰ ਯੂਜ਼ ਕਰੋ, ਹਮੇਸ਼ਾ ਸੱਚ ਨੂੰ, ਦਇਆ ਨੂੰ, ਪ੍ਰੇਮ ਨੂੰ। ਤੇ ਜੇ ਕੋਈ ਬੰਦਾ ਯੂਜ਼ ਹੀ ਨਾ ਕਰੇ, ਘਰ ਵਿੱਚ ਸੋਨਾ ਚਾਂਦੀ ਪੈਸੇ ਹੋਣ ਤੇ ਬੰਦਾ ਭਿਖਾਰੀ ਬਣ ਕੇ ਮੰਗਦਾ ਫਿਰੇ, ਤਾਂ ਉਹਦੀ ਬੇਵਕੂਫੀ ਹੈ ਨਾ। ਸਾਡੇ ਅੰਦਰ ਸਾਰੇ ਦੇ ਸਾਰੇ ਗੁਣ ਹੋਣ ਜੋ ਸਾਨੂੰ ਮਹਾਨ ਬਣਾ ਸਕਦੇ ਨੇ, ਤੇ ਅਸੀਂ ਉਹਨਾਂ ਗੁਣਾਂ ਨੂੰ ਯੂਜ਼ ਨਾ ਕਰੀਏ ਤੇ ਝੂਠ ਫਰੇਬ ਬੋਲਦੇ ਫਿਰੀਏ, ਈਰਖਾ ਦਵੈਸ਼ ਕਰਦੇ ਰਹੀਏ, ਨੈਗੇਟਿਵ ਸੋਚਦੇ ਰਹੀਏ, ਨਿੱਕੀਆਂ ਨਿੱਕੀਆਂ ਗੱਲਾਂ ਤੋਂ ਲੜਦੇ ਝਗੜਦੇ ਰਹੀਏ, ਤਾਂ ਇਹ ਬੇਵਕੂਫੀ ਹੈ, ਸਿਆਣਪ ਥੋੜਾ। ਸਦਾ ਆਨੰਦ ਰਹਿ ਸੁਖ ਦਾਤਾ, ਗੁਰਮਤਿ ਸਹਿਜ ਸਮਾਵਣਿਆ। ਆਨੰਦ ਦਾ ਮਤਲਬ ਆਨੰਦ ਵਿੱਚ। ਜਿਹੜਾ ਮਨੁੱਖ ਗੁਰੂ ਦੀ ਮੱਤ ਲੈ ਕੇ ਸੁਖਾਂ ਦੇ ਦਾਤੇ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ, ਉਹ ਸਦਾ ਆਤਮਿਕ ਆਨੰਦ ਵਿੱਚ ਟਿਕਿਆ ਰਹਿੰਦਾ ਹੈ ਔਰ ਆਤਮਿਕ ਅਡੋਲਤਾ ਦੇ ਅੰਦਰ ਸਮਾਇਆ ਰਹਿੰਦਾ ਹੈ। ਜਿਹੜਾ ਸੁਖਦਾਤੇ ਨੂੰ ਸਿਮਰਦਾ ਹੈ, ਯਾਦ ਰੱਖਦਾ ਹੈ, ਉਹਦੇ ਗੁਣਾਂ ਨੂੰ ਇੰਪਲੀਮੈਂਟ ਕਰਦਾ ਹੈ, ਉਹ ਮਨੁੱਖ ਹਮੇਸ਼ਾ ਆਨੰਦ ਵਿੱਚ ਰਹਿੰਦਾ ਹੈ, ਹਮੇਸ਼ਾ ਉਹ ਆਤਮਿਕ ਅਡੋਲਤਾ ਵਿੱਚ ਸਮਾਇਆ ਰਹਿੰਦਾ ਹੈ, ਅੰਦਰੋਂ ਬਾਹਰੋਂ ਇੱਕ ਰਹਿੰਦਾ ਹੈ, ਤਨ ਕਰਕੇ ਵੀ ਖੁਸ਼, ਮਨ ਕਰਕੇ ਵੀ ਖੁਸ਼। ਉਹਦੀ ਜ਼ਿੰਦਗੀ ਦੇ ਅੰਦਰ ਖੁਸ਼ੀਆਂ ਖੇੜਿਆਂ ਦੇ ਭੰਡਾਰ ਭਰੇ ਰਹਿੰਦੇ ਨੇ। ਕਾਇਆ ਅੰਦਰ ਹਉਮੈ ਮੇਰਾ। ਲੇਕਿਨ ਆਮ ਜੋ ਮਨੁੱਖ ਹੈ ਨਾ, ਉਹ ਇਹਨਾਂ ਗੁਣਾਂ ਦਾ ਧਾਰਨੀ ਨਹੀਂ ਹੁੰਦਾ। ਜੋ ਬਹੁਗਿਣਤੀ ਹੈ, ਜਾਂ ਜਿਸ ਮਨੁੱਖ ਦੇ ਸਰੀਰ ਵਿੱਚ ਹਉਮੈ ਪ੍ਰਬਲ ਹੈ ਔਰ ਮਮਤਾ ਪ੍ਰਬਲ ਹੈ। ਹਉਮੈ ਹੈ, ਚਾਹੇ ਉਹ ਇਨਫੀਰੀਓਰਿਟੀ ਰੂਪ ਕੰਪਲੈਕਸ ਦੇ ਰੂਪ ਵਿੱਚ ਹੈ ਜਾਂ ਸੁਪਰੀਓਰਿਟੀ ਕੰਪਲੈਕਸ ਦੇ ਰੂਪ ਵਿੱਚ ਹੈ। ਹਉਮੈ ਜਿਹਦੇ ਅੰਦਰ ਪ੍ਰਬਲ ਹੈ, ਹਉਮੈ ਜ਼ੋਰ ਪਾਈ ਰੱਖਦੀ ਹੈ। ਤੇ ਮੇਰਾ ਦਾ ਮਤਲਬ ਆਪਣਤ, ਜਿਸ ਦੇ ਅੰਦਰ ਸੈਲਫਿਸ਼ਨੈਸ ਹੈ, ਸਵਾਰਥ ਹੈ। ਜੰਮਣ ਮਰਨ ਨਾ ਚੂਕੈ ਫੇਰਾ। ਜੰਮਣ ਮਰਨ ਦਾ ਮਤਲਬ ਜਨਮ ਤੋਂ ਲੈ ਕੇ ਮਰਨ ਤੱਕ ਨਾ ਚੂਕੈ ਫੇਰਾ। ਫੇਰਾ ਦਾ ਮਤਲਬ ਭਟਕਣਾ, ਉਹਦੀ ਭਟਕਣਾ ਨਹੀਂ ਮੁੱਕਦੀ। ਜਨਮ ਤੋਂ ਲੈ ਕੇ ਮਰਨ ਤੱਕ ਉਸ ਬੰਦੇ ਦੀ ਭਟਕਣਾ ਨਹੀਂ ਮੁੱਕਦੀ, ਜਿਸ ਬੰਦੇ ਦੇ ਅੰਦਰ ਹਉਮੈ ਔਰ ਮੇਰਾ ਹੈ, ਹੰਗਤਾ ਔਰ ਮਮਤਾ ਹੈ, ਜੋ ਸੈਲਫਿਸ਼ ਹੈ, ਜਿਸ ਦੇ ਅੰਦਰ ਈਗੋ ਹੈ। ਜਨਮ ਤੋਂ ਲੈ ਕੇ ਮਰਨ ਤੱਕ ਉਹਦੀ ਭਟਕਣਾ ਮੁੱਕਦੀ ਨਹੀਂ, ਉਹਦੇ ਮਨ ਦੇ ਅੰਦਰ ਕਦੇ ਟਿਕਾਵ ਆਉਂਦਾ ਨਹੀਂ, ਉਹਦਾ ਕੋਈ ਉੱਚਾ ਸੁੱਚਾ ਗੋਲ ਔਰ ਏਮ ਬਣਦਾ ਨਹੀਂ। ਗੁਰਮੁਖ ਹੋਵੇ ਸੋ ਹਉਮੈ ਮਾਰੇ, ਸੱਚੋ ਸੱਚ ਸਮਾਵਣਿਆ। ਸੱਚੋ ਸੱਚ ਦਾ ਮਤਲਬ ਸदैਵੀ ਸੱਚ। ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਜੋ ਗੁਰੂ ਦੀ ਸ਼ਰਨੀ ਪੈਂਦਾ ਹੈ, ਉਹਦੀ ਨਿਸ਼ਾਨੀ ਇਹ ਹੈ ਕਿ ਸੋ ਹਉਮੈ ਮਾਰੇ, ਉਹ ਆਪਣੇ ਅੰਦਰੋਂ ਹਉਮੈ ਨੂੰ ਮਾਰ ਲੈਂਦਾ ਹੈ। ਹਉਮੈ ਨੂੰ ਮਾਰਨ ਦਾ ਮਤਲਬ ਕਿ ਉਹਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਮੈਂ ਰੱਬੀ ਹੁਕਮ ਤੋਂ ਬਾਹਰ ਕੁਝ ਨਹੀਂ ਪਾ ਸਕਦਾ। ਇਸ ਸੰਸਾਰ ਦੇ ਵਿੱਚ ਜੋ ਕੁਦਰਤ ਦੇ ਨਿਯਮ ਨੇ, ਉਹਨਾਂ ਨਿਯਮਾਂ ਤੋਂ ਬਾਹਰ ਮੈਂ ਕੁਝ ਨਹੀਂ ਕਰ ਸਕਦਾ। ਸੁੱਖ ਦੇ, ਸ਼ਾਂਤੀ ਦੇ ਕੁਝ ਨਿਯਮ ਨੇ ਨਾ, ਕਿ ਜਿਹੜਾ ਬੰਦਾ ਗੁਣਾਂ ਦਾ ਧਾਰਨੀ ਹੋਏਗਾ ਉਹ ਸੁਖੀ ਔਰ ਸ਼ਾਂਤ ਰਹੇਗਾ। ਤੇ ਜੇ ਬੰਦਾ ਕਹੇ ਕਿ ਮੈਂ ਤਾਂ ਔਗਣ ਕਮਾ ਕਮਾ ਕੇ ਹੀ ਸੁਖੀ ਤੇ ਸ਼ਾਂਤ ਰਹਿਣਾ, ਐਸਾ ਤੇ ਕਦੇ ਹੋਣਾ ਨਹੀਂ। ਤਾਂ ਜੋ ਗੁਰੂ ਦੀ ਸ਼ਰਣੀ ਪੈਂਦਾ ਹੈ, ਉਹ ਆਪਣੀ ਜ਼ਿੰਦਗੀ ਚੋਂ ਹਉਮੈ ਨੂੰ ਖਤਮ ਕਰ ਲੈਂਦਾ ਹੈ ਤੇ ਇਸ ਨਿਰੋਲ ਸੱਚ ਹੀ ਸੱਚ ਨੂੰ ਯਾਦ ਰੱਖਦਾ ਹੈ। ਧਿਆਵਣਿਆਂ ਦਾ ਮਤਲਬ ਧਿਆਨ ਧਰਦਾ ਹੈ, ਧਿਆਨ ਵਿੱਚ ਸਮਖਾਂਦਾ ਹੈ। ਸੱਚੋ ਸੱਚ ਦਾ ਮਤਲਬ ਨਿਰੋਲ ਸੱਚ। ਉਹ ਮਨੁੱਖ ਨਿਰੋਲ ਸੱਚ ਦਾ ਧਿਆਨ ਧਰਦਾ ਹੈ, ਨਿਰੋਲ ਸੱਚ ਨੂੰ ਆਪਣੀ ਸੋਚ ਦੇ ਅੰਦਰ ਵਸਾਈ ਰੱਖਦਾ ਹੈ। ਕਾਇਆ ਅੰਦਰ ਪਾਪ ਪੁੰਨ ਦੋਏ ਭਾਈ। ਦੋਏ ਦਾ ਮਤਲਬ ਦੋਵੇਂ। ਹੁਣ ਜਿਹੜਾ ਹਉਮੈ ਦੇ ਪ੍ਰਭਾਵ ਥੱਲੇ ਰਹਿ ਰਿਹਾ ਹੈ, ਜੋ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਨਹੀਂ ਜੀਂਦਾ, ਜਿਹਦੇ ਅੰਦਰ ਕਾਮਨ ਸੈਂਸ ਨਹੀਂ ਹੈ, ਤਾਂ ਉਹਦੇ ਸਰੀਰ ਦੇ ਅੰਦਰ ਹਉਮੈ ਤੋਂ ਪੈਦਾ ਹੋਏ ਦੋਵੇਂ ਭਰਾ ਪਾਪ ਤੇ ਪੁੰਨ ਵਸਦੇ ਨੇ। ਯਾਨੀ ਉਹ ਹਉਮੈ ਦੇ ਅਧੀਨ ਪੁੰਨ ਔਰ ਪਾਪ ਕਰਦਾ ਰਹਿੰਦਾ ਹੈ। ਦੋਵੇਂ ਪੁੰਨ ਤੇ ਪਾਪ ਦੋਵੇਂ ਸੱਕੇ ਭਰਾ ਨੇ, ਇਹਨਾਂ ਵਿੱਚ ਫਰਕ ਕੋਈ ਨਹੀਂ। ਪੁੰਨ ਤੇ ਪਾਪ ਦੋਵੇਂ ਬਰਾਬਰ ਹੀ ਨੇ। ਹੁਣ ਤੁਸੀਂ ਕਹੋਗੇ ਕਿਵੇਂ? ਦੇਖੋ, ਬੰਦਾ ਜਿਹੜਾ ਨਾ ਹਉਮੈ ਕਰਕੇ ਪਾਪ ਕਰਦਾ ਹੈ। ਕਈਆਂ ਨੂੰ ਤੁਸੀਂ ਵੇਖਿਆ ਹੋਵੇਗਾ, ਮੈਂ ਸ਼ਰਾਬ ਦੀ ਬੋਤਲ ਪੀ ਜਾਂਦਾ, ਮੈਂ ਤੇ ਪਾਣੀ ਦਾ ਘੁੱਟ ਵੀ ਨਹੀਂ ਕਦੇ ਪੀਤਾ। ਕਿੰਨੀ ਹਉਮੈ ਕਰ ਰਿਹਾ ਨਾ ਬੰਦਾ ਕਿ ਮੈਂ ਸ਼ਰਾਬ ਦੀ ਬੋਤਲ ਇੱਕੋ ਸਾਏ ਪੀ ਜਾਂਦਾ, ਤੇ ਇਹ ਕੋਈ ਚੰਗਾ ਕੰਮ ਥੋੜੀ ਹੈ। ਹਉਮੈ ਕਰਾ ਰਹੀ ਹੈ ਨਾ ਪਾਪ।
ਹੋਮੇ ਮਰਵਾਉਂਦੀ ਹੈ ਨਾ ਬੰਦੇ, ਹੋਮੇ ਕਰਾਉਂਦੀ ਹੈ ਬੰਬ ਧਮਾਕੇ। ਬੰਦਾ ਹੋਮੇ ਦੇ ਆਸਰੇ ਪਾਪ ਕਰਦਾ ਹੈ ਤੇ ਹੋਮੇ ਦੇ ਆਸਰੇ ਹੀ ਬੰਦਾ ਪੁੰਨ ਕਰਦਾ ਹੈ ਕਿ ਮੇਰੇ ਵਰਗਾ ਵੱਡਾ ਕੋਈ ਦਾਨੀ ਨਹੀਂ। ਜਿਵੇਂ ਹੁਣ ਮਲਕ ਭਾਗੋ ਹੈ, ਤਾਂ ਉਹ ਕਹਿੰਦਾ ਮੇਰੇ ਘਰ ਤੇ ਪੂੜੇ ਨੇ ਤਲੇ ਦੇਸੀ ਘਿਓ ਦੀਆਂ ਜਲੇਬੀਆਂ। ਹੋਮੇ ਤਾਂ ਜੋ ਹੋਮੇ ਦੇ ਬੇਸ ਹੋਮੇ ਹੈ, ਤੇ ਪੁੰਨ ਕਰੋ ਤੇ ਭਾਵੇਂ ਪਾਪ ਕਰੋ, ਪਾਪ ਦਾ ਕਾਰਨ ਤੇ ਹੋਮੇ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਨੇਕੀ ਔਰ ਬਦੀ ਉਹਦੇ ਜੀਵਨ ਦੇ ਵਿੱਚ ਵਸੇ ਰਹਿੰਦੇ ਨੇ। ਉਹ ਪਾਪ ਪੁੰਨ ਦੇ ਚੱਕਰ ਵਿੱਚ ਹੀ ਪਿਆ ਰਹਿੰਦਾ ਸਾਰੀ ਜ਼ਿੰਦਗੀ। ਉਹ ਕਿਤੇ ਕੀੜੀਆਂ ਨੂੰ ਆਟਾ ਪਾਵੇਗਾ ਤੇ ਸਮਝੇਗਾ ਬੜਾ ਪੁੰਨ ਕਰ ਲਿਆ, ਤੇ ਜੇ ਉਹਦੇ ਤੋਂ ਕਿਤੇ ਗਲਤੀ ਨਾਲ ਮੱਖੀ ਮਰ ਜਾਏਗੀ ਤੇ ਮੁੜ ਕੇ ਫਿਰ ਉਹ ਵੇਂਦਾ ਫਿਰੇਗਾ ਵੀ ਮੱਖੀ ਮਰ ਗਈ ਤੇ ਹੁਣ ਇਸ ਪਾਪ ਦੀ ਨਿਵਰਤੀ ਕਿਵੇਂ ਕਰਾਂ, ਸੋਨੇ ਦੀਆਂ ਮੱਖੀਆਂ ਬਣਾ ਕੇ ਦੇਵਾਂ। ਦੁਹੀ ਮਿਲ ਕੇ ਸ੍ਰਿਸ਼ਟ ਉਪਾਈ। ਤੇ ਇਸ ਪੁੰਨ ਔਰ ਪਾਪ ਨੇ ਉਹਦੇ ਅੰਦਰ ਇੱਕ ਦੁਨੀਆ ਪੈਦਾ ਕਰ ਦਿੱਤੀ ਹੁੰਦੀ ਵੱਖਰੀ। ਇਹ ਨਹੀਂ ਕਿ ਪੁੰਨ ਔਰ ਪਾਪ ਨੇ ਦੁਨੀਆ ਪੈਦਾ ਕੀਤੀ, ਦੁਨੀਆ ਤੇ ਪੈਦਾ ਕੀਤੀ ਰੱਬ ਨੇ। ਇਹ ਸੰਸਾਰ ਤੇ ਰੱਬ ਨੇ ਪੈਦਾ ਕੀਤਾ ਹੈ, ਲੇਕਿਨ ਹਰ ਇੱਕ ਦੀ ਵੱਖਰੀ ਵੱਖਰੀ ਦੁਨੀਆ ਅੰਦਰ ਇੱਕ ਵਸ ਰਹੀ ਹੈ ਨਾ। ਜਿਹੜੀ ਸਾਡੀ ਸੋਚ ਹੈ, ਕਿਸੇ ਦੇ ਅੰਦਰ ਸਤ ਸੰਤੋਖ ਦਇਆ ਧਰਮ ਧੀਰਜ ਦੀ ਦੁਨੀਆ ਵਸਦੀ ਹੈ ਪਈ। ਭਗਤ ਜਨ ਨੇ, ਗੁਰੂ ਸਾਹਿਬਾਨ ਨੇ, ਬਾਣੀਕਾਰ ਨੇ, ਉਹਨਾਂ ਦੇ ਅੰਦਰ ਇੱਕ ਵੱਖਰੀ ਦੁਨੀਆ ਹੈ। ਇਸ ਪੂਰੀ ਦੁਨੀਆ ਨੂੰ ਵੱਖਰੀ ਤੌਰ ਤੇ ਵੇਖਣਾ ਵੀ ਚਾਹੁੰਦੇ ਨੇ, ਬੇਗਮਪੁਰੇ ਦੇ ਰੂਪ ਵਿੱਚ ਵੇਖਣਾ ਚਾਹੁੰਦੇ ਨੇ, ਬੇਗਮਪੁਰੇ ਦੇ ਰੂਪ ਵਿੱਚ ਜੀ ਰਹੇ ਨੇ। ਉਹਨਾਂ ਦੀ ਆਪਣੀ ਇੱਕ ਦੁਨੀਆ ਹੈ ਕਿ ਉਹ ਹਿਊਮਨ ਰਾਈਟਸ ਵਾਸਤੇ ਆਪਣਾ ਆਪਾ ਵਾਰ ਰਹੇ ਨੇ ਵੀ ਲੋਕ ਸੁਖੀ ਰਹਿਣ, ਮੈਂ ਜੇ ਤੱਤੀ ਤਵੀ ਤੇ ਬਹਿ ਜਾਗਾ ਕੋਈ ਗੱਲ ਨਹੀਂ, ਆਪਣੀ ਦੁਨੀਆ ਹੈ ਨਾ ਵੱਖਰੀ। ਤੇ ਦੂਜੇ ਪਾਸੇ ਹੋਮੇ ਵਾਲੇ ਬੰਦੇ ਨੇ, ਉਹਨਾਂ ਦੀ ਆਪਣੀ ਵੱਖਰੀ ਦੁਨੀਆ ਕਿ ਸਾਰਿਆਂ ਨੂੰ ਮੈਂ ਆਪਣੇ ਅਧੀਨ ਕਰਨਾ। ਜਿਹੜਾ ਮੇਰੀ ਗੱਲ ਨਹੀਂ ਮੰਨਦਾ, ਬੇਸ਼ੱਕ ਉਹ ਗਲਤ ਗੱਲ ਹੈ, ਉਹਨੂੰ ਵੱਢ ਦਿਓ, ਟੁੱਕ ਦਿਓ। ਦੁਨੀਆ ਹੀ ਹੈ। ਤੇ ਕੈਸੀ ਕੈਸੀ ਦੁਨੀਆ ਲੋਕ ਆਪਣੇ ਅੰਦਰ ਵਸਾ ਕੇ ਫਿਰ ਰਹੇ ਨੇ। ਈਰਖਾ, ਦਵੇਸ਼, ਵੈਰ, ਵਿਰੋਧ, ਪੁੰਨ, ਪਾਪ, ਰਿਸ਼ਵਤਖੋਰੀ, ਚੋਰ ਬਜ਼ਾਰੀ, 2 ਨੰਬਰ ਦੇ ਧੰਦੇ। ਕਿਸੇ ਨੇ ਆਪਣੇ ਅੰਦਰ ਦੁਨੀਆ ਵਸਾਈ ਹੋਈ ਹੈ, ਨਰਕ, ਆਪਣਾ ਨਰਕ ਸਵਰਗ ਦੀ, ਭੂਤਾਂ ਪ੍ਰੇਤਾਂ ਦੀ, ਤੇ ਆ ਵਰਤਨ ਰਾਤੇ ਸਰਾਧਾਂ ਦੀ ਦੁਨੀਆ। ਇਹ ਪੁੰਨ ਪਾਪ, ਇਸ ਬਿਰਤੀ ਨੇ ਵੱਖਰੀ ਦੁਨੀਆ ਵਿੱਚ ਵਸਾਈ ਹੋਈ ਹੈ। ਦੋਵੇਂ ਮਾਰ ਜਾਏ ਇਕਤ ਕਰ ਆਵੇ, ਗੁਰਮਤ ਸਹਿਜ ਸਮਾਵਣਿਆ। ਇਕਤ, ਇਹਨੂੰ ਇਕਤ ਨਹੀਂ ਪੜਨਾ, ਇਕਤ। ਇਕਤ ਦਾ ਮਤਲਬ ਇੱਕ ਵਿੱਚ, ਇਕਤ ਘਰ ਦਾ ਮਤਲਬ ਇੱਕ ਘਰ ਵਿੱਚ। ਗੁਰਮਤ ਦਾ ਮਤਲਬ ਗੁਰੂ ਦੀ ਮੱਤ ਲੈ ਕੇ। ਜਿਹੜਾ ਮਨੁੱਖ ਗੁਰੂ ਦੀ ਮੱਤ ਲੈ ਕੇ ਇਹਨਾਂ ਦੋਵਾਂ ਦੇ ਪ੍ਰਭਾਵ ਨੂੰ ਮਾਰ ਦਿੰਦਾ, ਪੁੰਨ ਔਰ ਪਾਪ ਨੂੰ, ਹਉਮੈ ਨੂੰ ਖਤਮ ਕਰ ਦਿੰਦਾ, ਉਹ ਇੱਕ ਦੇ ਘਰ ਵਿੱਚ ਟਿਕ ਜਾਂਦਾ ਹੈ। ਉਹ ਆਤਮਿਕ ਅਡੋਲਤਾ ਦੇ ਅੰਦਰ ਸਮਾ ਜਾਂਦਾ ਹੈ। ਤਾਂ ਜਿੰਨੇ ਵੀ ਪੁੰਨ ਪਾਪ ਆਦਿਕ ਨੇ ਬੰਦੇ ਦੀ ਹਉਮੈ ਦੇ ਆਸਰੇ ਨੇ। ਤੇ ਜੇ ਹਉਮੈ ਨੂੰ ਬੰਦਾ ਖਤਮ ਕਰ ਲਵੇ ਔਰ ਪੁੰਨ ਔਰ ਪਾਪ ਦੋਵਾਂ ਨੂੰ ਜੜ ਤੋਂ ਖਤਮ ਕਰੇ, ਰੱਬੀ ਰਜ਼ਾ ਨੂੰ ਸਮਝਣ ਦਾ ਯਤਨ ਕਰੇ, ਗੁਣਾਂ ਦਾ ਧਾਰਨੀ ਹੋਵੇ, ਯੂਨੀਵਰਸਲ ਟਰੁਥ ਨੂੰ ਸਮਝ ਲਵੇ, ਤਾਂ ਉਹ ਬੰਦਾ ਸਹਿਜ ਦੇ ਅੰਦਰ ਸਮਾ ਜਾਂਦਾ ਹੈ। ਉਹ ਇਹਨਾਂ ਚੱਕਰਾਂ ਤੋਂ ਬਾਹਰ ਆ ਜਾਂਦਾ ਹੈ। ਨਹੀਂ ਤਾਂ ਲੋਕ ਪੁੰਨ ਪਾਪ ਦੇ ਵਿੱਚ ਹੀ ਪੈ ਰਹਿੰਦੇ ਨੇ। ਦੇਖੋ, ਜੀਵ ਹੱਤਿਆ ਮਾੜਾ ਕੰਮ ਹੈ, ਲੇਕਿਨ ਜਦੋਂ ਜੀਵ ਹੱਤਿਆ ਭਰਮ ਤੱਕ ਪਹੁੰਚ ਜਾਏ ਨਾ, ਉਦੋਂ ਜੈਨੀਆਂ ਨੂੰ ਦੇਖ ਲਓ, ਸਾਧੂ ਵਿਚਾਰੇ ਨੰਗੇ ਪੈਰੀ ਫਿਰ ਰਹੇ ਨੇ, ਲਾਈਨ ਦੇ ਵਿੱਚ ਤੁਰੇ ਜਾਂਦੇ ਨੇ। ਅੱਗੇ ਉਹਨਾਂ ਨੇ ਸੂਤਰ ਦਾ ਬ੍ਰਸ਼ ਫੜਿਆ ਹੈ, ਕੀੜੀ ਆਏ ਉਹਨੂੰ ਪਾਸੇ ਕਰਨਾ ਹੈ। ਰਾਤ ਨੂੰ ਤੁਰਦੇ ਨਹੀਂ, ਪਾਣੀ ਵਿੱਚ ਨਹਾਉਂਦੇ ਨਹੀਂ ਕਿ ਜੀਵ ਨਾ ਮਰ ਜਾਣ। ਤੇ ਟਾਇਲਟ, ਲੈਟਰਿੰਗ ਵਗੈਰਾ ਕਰਕੇ ਉਹਨੂੰ ਵੀ ਫਰੋਲ ਦਿੰਦੇ ਨੇ ਕਿ ਵਿੱਚ ਕੀੜੇ ਨਾ ਪੈ ਜਾਣ ਤੇ ਮਰ ਨਾ ਜਾਣ। ਬਾਣੀ ਵਿੱਚ ਤੁਕ ਆਉਂਦੀ ਨਾ, ਫੋਲ ਫਦੀਹਤ ਮੂੰਹ ਲੈਣ ਪੜਾਸਾਂ, ਪਾਣੀ ਦੇਖ ਸੰਗਾਹੀ। ਕਿੱਥੇ ਪਜਾ ਦਿੱਤਾ ਉਹਨਾਂ ਨੂੰ ਉਹਨੇ, ਵਹਿਮ ਨੇ। ਤੇ ਜਿਨ੍ਹਾਂ ਦੇ ਅੰਦਰ ਪਾਪ ਸਮਾਏ ਹੋਏ ਨੇ, ਉਹ ਦੁਨੀਆ ਨੂੰ ਵੈਸੇ ਲੁੱਟੀ ਜਾ ਰਹੇ ਨੇ। ਖਾਣ ਪੀਣ ਵਾਲੀਆਂ ਚੀਜ਼ਾਂ ਵਿੱਚ ਵੀ ਕੈਮੀਕਲ। ਤਾਂ ਇਹ ਦੋਵੇਂ ਲੋਕ ਇੱਕ ਭਰਮ ਦੇ ਵਿੱਚ ਜ਼ਿੰਦਗੀ ਜੀਂਦੇ ਨੇ। ਇਹਨਾਂ ਦੋਵਾਂ ਨੂੰ ਖਤਮ ਕਰਨ ਦੀ ਲੋੜ ਹੈ। ਪੁੰਨ ਪਾਪ ਦੀ ਜਿਹੜੀ ਵਿਚਾਰਧਾਰਾ ਹੈ, ਬੰਦਿਆਂ ਨੂੰ ਨਹੀਂ, ਇਹ ਜਿਹੜੀ ਵਿਚਾਰਧਾਰਾ ਹੈ ਐਸੀ ਵਹਿਮਾਂ ਵਾਲੀ ਔਰ ਪਾਪ ਅਪਰਾਧ ਵਾਲੀ, ਜਿਹੜਾ ਇਹਨਾਂ ਦੋਵਾਂ ਦੇ ਪ੍ਰਭਾਵ ਤੋਂ ਉੱਤੇ ਹੋ ਜਾਂਦਾ ਹੈ, ਉਹ ਫਿਰ ਬੰਦਾ ਇੱਕ ਦੇ ਅੰਦਰ ਸਮਾ ਜਾਂਦਾ ਹੈ। ਉਹ ਬੰਦਾ ਸੱਚ ਨੂੰ ਅਪਣਾਉਂਦਾ ਹੈ। ਘਰ ਹੀ ਮਾਏ ਦੂਜੇ ਭਾਏ ਹਨੇਰਾ। ਹਨੇਰਾ ਨਹੀਂ ਪੜਨਾ, ਹਨੇਰਾ। ਹਨੇਰਾ ਦਾ ਮਤਲਬ ਹਨੇਰਾ। ਦੂਜੇ ਭਾਏ ਦਾ ਮਤਲਬ ਮਾਇਆ ਮੋਹ ਦੇ ਕਾਰਨ ਇੱਕ ਸੱਚ ਦੇ ਪਿਆਰ ਨੂੰ ਛੱਡ ਕੇ
ਤਾਂ ਗੁਰੂ ਜੀ ਕਹਿੰਦੇ ਨੇ ਪ੍ਰਭੂ ਮਨੁੱਖ ਦੇ ਹਿਰਦੇ ਘਰ ਵਿੱਚ ਹੀ ਵਸਦਾ ਹੈ। ਘਰ ਹੀ ਮਾਹੇ ਕਿ ਰੱਬ ਘਰ ਵਿੱਚ ਹੀ ਵਸਦਾ ਹੈ, ਹਿਰਦੇ ਵਿੱਚ ਹੀ। ਅੰਦਰ ਤੇ ਚਾਨਣਾ ਹੋਣਾ ਚਾਹੀਦਾ ਹੈ, ਬੰਦੇ ਦੀ ਸੋਚ ਮਹਾਨ ਹੋਣੀ ਚਾਹੀਦੀ ਹੈ, ਪਰ ਦੂਜੇ ਭਾਏ ਹਨੇਰਾ। ਦੂਜੇ ਭਾਏ ਦਾ ਮਤਲਬ ਮਾਇਆ ਦਾ ਪਿਆਰ, ਜਿਹੜੀ ਸੋਚ ਹੈ ਜੋ ਸਾਨੂੰ ਇੱਕ ਦੂਜੇ ਵਿੱਚ ਰੱਬ ਨੂੰ ਨਹੀਂ ਵੇਖਣ ਦਿੰਦੀ, ਇੱਕ ਦੂਜੇ ਨਾਲ ਰੱਬ ਵਰਗਾ ਪਿਆਰ ਵਿਹਾਰ ਨਹੀਂ ਕਰਨ ਦਿੰਦੀ, ਜਿਹੜੀ ਸੋਚ ਸਾਡੇ ਅੰਦਰ ਮੇਰ ਤੇਰ ਦੇ ਵਿਤਕਰੇ ਪੈਦਾ ਕਰਦੀ ਹੈ, ਉਸ ਸੋਚ ਦੇ ਕਾਰਨ ਮਨੁੱਖ ਦੇ ਅੰਦਰ ਹਨੇਰਾ ਪਿਆ ਹੋਇਆ ਹੈ ਰੱਬ ਘਰ ਵਿੱਚ, ਲੇਕਿਨ ਦੂਜੇ ਪਿਆਰ ਕਰਕੇ, ਮੇਰ ਤੇਰ ਕਰਕੇ ਵਿਤਕਰਿਆਂ ਦਾ ਹਨੇਰਾ ਅੰਦਰ ਪਿਆ। ਉਸ ਹਨੇਰੇ ਦੇ ਵਿੱਚ ਰੱਬ ਨਹੀਂ ਦਿਸਦਾ ਪਿਆ, ਉਸ ਹਨੇਰੇ ਦੇ ਅੰਦਰ ਗੁਣ ਨਹੀਂ ਦਿਸਦੇ ਪਏ, ਇਨਸਾਨੀਅਤ ਨਹੀਂ ਦਿਸਦੀ। ਚਾਨਣ ਹੋਵੇ ਛੋੜੇ ਹਉਮੈ ਮੇਰਾ। ਜਦੋਂ ਮਨੁੱਖ ਗੁਰੂ ਦੀ ਸ਼ਰਣੀ ਪੈਂਦਾ ਹੈ, ਹਉਮੈ ਔਰ ਮਮਤਾ ਨੂੰ ਦੂਰ ਕਰਦਾ, ਫਿਰ ਇਹਦੇ ਅੰਦਰ ਚਾਨਣ ਹੋ ਜਾਂਦਾ। ਜਦੋਂ ਗੁਰੂ ਦੀ ਸ਼ਰਣੀ ਪੈਂਦਾ ਹੈ, ਚਾਨਣ ਹੁੰਦਾ ਹੈ ਗਿਆਨ ਦਾ, ਫਿਰ ਇਹ ਹਉਮੈ ਔਰ ਮੇਰੇ ਨੂੰ ਛੱਡ ਦਿੰਦਾ ਹੈ। ਹਉਮੈ ਮੇਰੇ ਨੂੰ ਛੱਡੇਗਾ, ਚਾਨਣਾ ਹੋ ਜਾਏਗਾ। ਜੇ ਗਿਆਨ ਦਾ ਚਾਨਣਾ ਹੋਏਗਾ, ਹਉਮੈ ਮੇਰੇ ਨੂੰ ਛੱਡ ਦੇਗਾ। ਦੋਵੇਂ ਇੱਕ ਹੀ ਗੱਲਾਂ ਨੇ, ਜਿਹੜਾ ਮਰਜ਼ੀ ਵਰਡਿੰਗ ਨਾਲ ਸਮਝ ਲਓ। ਜਦੋਂ ਗੁਰੂ ਦੇ ਗਿਆਨ ਦੀ ਦਾਤ ਮਿਲਦੀ ਹੈ, ਜਦੋਂ ਕਾਮਨ ਸੈਂਸ ਪੈਦਾ ਹੁੰਦੀ ਹੈ, ਇਹ ਹਉਮੈ ਨੂੰ ਛੱਡਦਾ ਹੈ, ਇਹਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਮਿਟ ਜਾਂਦਾ ਹੈ। ਪ੍ਰਗਟ ਸ਼ਬਦ ਹੈ ਸੁਖ ਦਾਤਾ, ਅੰਦਿਨ ਨਾਮ ਧਿਆਵਣਿਆ। ਨਾਮ ਧਿਆਵਣਿਆ ਦਾ ਮਤਲਬ ਰੱਬੀ ਖਜ਼ਾਨੇ ਦੇ ਗੁਣਾਂ ਦੇ ਖਜ਼ਾਨੇ ਨੂੰ ਯਾਦ ਰੱਖਦਾ ਹੈ। ਤਾਂ ਆਤਮਕ ਦੇਣ ਵਾਲੀ ਪ੍ਰਭੂ ਦੀ ਸਿਫਤ ਸਲਾਹ ਇਹਦੇ ਅੰਦਰ ਉਗੜ ਪੈਂਦੀ ਹੈ, ਪ੍ਰਗਟ ਹੋ ਜਾਂਦੀ ਹੈ। ਤੇ ਐਸਾ ਇਨਸਾਨ ਫਿਰ ਦਿਨ ਰਾਤ ਰੱਬੀ ਗੁਣਾਂ ਦੇ ਖਜ਼ਾਨੇ ਨੂੰ ਯਾਦ ਰੱਖਦਾ ਹੈ, ਗੁਣਾਂ ਦੇ ਖਜ਼ਾਨੇ ਨੂੰ ਯਾਦ ਰੱਖਦਾ ਹੈ, ਮਤਲਬ ਸਿਫਤ ਸਲਾਹ ਕਰਦਾ ਹੈ। ਪ੍ਰਗਟ ਸ਼ਬਦ ਹੈ ਸੁਖਦਾਤਾ, ਆਤਮਕ ਆਨੰਦ ਦੇਣ ਵਾਲੀ ਪ੍ਰਭੂ ਦੀ ਸਿਫਤ ਸਲਾਹ ਇਹਦੇ ਅੰਦਰ ਪ੍ਰਗਟ ਹੋ ਜਾਂਦੀ ਹੈ, ਮਤਲਬ ਇਹਦੇ ਅੰਦਰ ਗੁਣ ਪ੍ਰਗਟ ਹੋ ਜਾਂਦੇ ਨੇ, ਪੋਜ਼ਿਟਿਵ ਸਕਾਰਾਤਮਕ ਸੋਚ ਪੈਦਾ ਹੋ ਜਾਂਦੀ ਹੈ। ਤੇ ਫਿਰ ਦਿਨ ਰਾਤ ਇਸ ਸੋਚ ਨੂੰ ਅਪਣਾਈ ਰੱਖਦਾ ਹੈ, ਗੁਣਾਂ ਦਾ ਧਾਰਨੀ ਹੋਇਆ ਰਹਿੰਦਾ ਹੈ। ਅੰਤਰ ਜੋਤ ਪ੍ਰਗਟ ਪਾਸਾਰਾ, ਜਿਸ ਪ੍ਰਭੂ ਨੇ ਸਾਰਾ ਜਗਤ ਪਸਾਰਿਆ ਹੋਇਆ ਹੈ, ਜਿਹਦਾ ਅਪਰਤੱਖ ਪਸਾਰਾ ਹੈ, ਜਿਸ ਮਨੁੱਖ ਦੇ ਅੰਦਰ ਉਹ ਜੋਤ ਪ੍ਰਗਟ ਹੋ ਜਾਂਦੀ ਹੈ ਨਾ, ਗੁਰ ਸਾਖੀ ਮਿਟਿਆ ਅੰਧਿਆਰਾ। ਗੁਰੂ ਦੀ ਸਿੱਖਿਆ ਦੀ ਰਾਹੀਂ ਉਹਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਮਿਟ ਜਾਂਦਾ ਹੈ। ਯਾਨੀ ਗੁਰੂ ਦੀ ਸਿੱਖਿਆ ਰਾਹੀਂ ਜਿਸ ਮਨੁੱਖ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਮਿਟ ਜਾਂਦਾ ਹੈ, ਉਸ ਮਨੁੱਖ ਦੇ ਅੰਦਰ ਉਹ ਜੋਤ ਪ੍ਰਗਟ ਹੋ ਜਾਂਦੀ ਹੈ, ਜਿਹਦਾ ਇਹ ਪੂਰੇ ਦਾ ਪੂਰਾ ਸੰਸਾਰ ਦਿਸਦਾ ਹੋਇਆ ਰੂਪ ਹੈ। ਉਹਦੇ ਅੰਦਰ ਚੀਜ਼ ਪ੍ਰਗਟ ਹੋ ਜਾਂਦੀ ਹੈ ਗੁਰੂ ਦੀ ਸਿੱਖਿਆ ਰਾਹੀਂ। ਉਹਨੂੰ ਸਮਝ ਪੈ ਜਾਂਦੀ ਹੈ ਕਿ ਆ ਦਿਸਦਾ ਸਾਰੇ ਦਾ ਸਾਰਾ ਜਗਤ ਇਹ ਪ੍ਰਭੂ ਦਾ ਆਪਣਾ ਰੂਪ ਹੈ। ਕਮਲ ਵਿਗਾਸ ਸਦਾ ਸੁਖ ਪਾਇਆ, ਜੋਤੀ ਜੋਤ ਮਿਲਾਵਣਿਆ। ਕਮਲ ਵਿਗਾਸ ਦਾ ਮਤਲਬ ਉਹਦਾ ਹਿਰਦਾ ਕਮਲ ਖਿੜ ਪੈਂਦਾ। ਹਿਰਦਾ ਕਮਲ ਖਿੜ ਪੈਂਦਾ ਦਾ ਮਤਲਬ ਉਹਦੇ ਅੰਦਰ ਖੇੜਾ ਆ ਜਾਂਦਾ ਹੈ, ਉਹਦੀ ਸੋਚ ਵਿੱਚ ਚੜ੍ਹਦੀ ਕਲਾ ਸਕਾਰਾਤਮਕਤਾ ਆ ਜਾਂਦੀ ਹੈ, ਉਹ ਸਦਾ ਆਨੰਦ ਮਾਣਦਾ ਹੈ ਤੇ ਉਹਦੀ ਜੋਤ ਰੱਬ ਦੀ ਜੋਤ ਵਿੱਚ ਮਿਲ ਜਾਂਦੀ ਹੈ। ਹੁਣ ਇਹ ਨਹੀਂ ਕਿ ਜੋਤ ਨਿੱਕੀ ਜੀ ਕੋਈ ਦੀਵੇ ਵਰਗੀ ਜੋਤ ਨਿਕਲ ਕੇ ਮਿਲ ਜਾਂਦੀ ਵੱਡੀ ਜੋਤ ਵਿੱਚ। ਜੋਤ ਦਾ ਮਤਲਬ ਸੋਚ, ਉਹਦੀ ਜੋ ਸੋਚ ਹੈ ਉਹ ਰੱਬ ਦੀ ਸੋਚ ਵਿੱਚ ਮਿਲ ਜਾਂਦੀ ਹੈ। ਜਿਹਦਾ ਅੰਦਰ ਖਿੜ ਗਿਆ, ਜਿਹਨੇ ਅੰਦਰੋਂ ਸੁਖ ਪਾ ਲਿਆ, ਜਿਹਦੇ ਅੰਦਰ ਰੱਬੀ ਗੁਣ ਆ ਗਏ, ਜਿਹਨੇ ਗੁਰੂ ਦੇ ਗਿਆਨ ਨੂੰ ਅਪਣਾ ਲਿਆ, ਉਹਦੀ ਇਹ ਨਿਸ਼ਾਨੀ ਹੈ ਕਿ ਉਹਦੀ ਸੋਚ ਰੱਬ ਦੀ ਸੋਚ ਵਿੱਚ ਮਿਲ ਜਾਏਗੀ, ਯਾਨੀ ਉਹਦੀ ਸੋਚ ਰੱਬ ਵਰਗੀ ਹੋ ਜਾਏਗੀ। ਅੰਦਰ ਮਹਿਲ ਰਤਨੀ ਭਰੇ ਭੰਡਾਰਾ, ਮਨੁੱਖ ਦੇ ਸਰੀਰ ਵਿੱਚ ਰਤਨਾਂ ਦੇ ਖਜ਼ਾਨੇ ਭਰੇ ਪਏ ਨੇ। ਹੁਣ ਇੱਥੇ ਰਤਨਾਂ ਦਾ ਮਤਲਬ ਇਹ ਨਹੀਂ ਕਿ ਅੰਦਰ ਹੀਰੇ ਲਾਲ ਪਏ ਨੇ, ਰਤਨਾਂ ਦਾ ਮਤਲਬ ਸ਼ੁਭ ਗੁਣ ਜਿਹੜੇ ਰਤਨਾਂ ਵਰਗੇ ਕੀਮਤੀ ਨੇ, ਉਹ ਅੰਦਰ ਬੰਦੇ ਦੇ ਭੰਡਾਰ ਭਰੇ ਪਏ ਨੇ। ਇਹ ਗੱਲਾਂ ਆਪਾਂ ਰੋਜ਼ ਐਕਸਪਲੇਨ ਕਰ ਰਹੇ ਹਾਂ ਕਿ ਕਿੰਨੇ ਗੁਣ ਨੇ ਨਾ ਸਾਡੇ ਅੰਦਰ, ਜੇ ਅਸੀਂ ਉਹਨਾਂ ਨੂੰ ਯੂਜ਼ ਕਰੀਏ ਤਾਂ। ਗੁਰਮੁਖ ਪਾਏ ਨਾਮ ਆਧਾਰਾ, ਪਰ ਇਹ ਲੱਭਦੇ ਉਸ ਮਨੁੱਖ ਨੂੰ ਨੇ ਜਿਹੜਾ ਮਨੁੱਖ ਗੁਰੂ ਦੀ ਸ਼ਰਣੀ ਪੈ ਕੇ ਰੱਬੀ ਗੁਣਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲੈਂਦਾ,
ਜਿਹੜਾ ਮਨੁੱਖ ਗੁਰੂ ਦੀ ਸ਼ਰਣੀ ਪੈ ਕੇ ਬੇਅੰਤ ਪ੍ਰਭੂ ਦੇ ਨਾਮ ਖਜ਼ਾਨੇ ਨੂੰ ਪ੍ਰਾਪਤ ਕਰਦਾ ਹੈ, ਸਿਫਤ ਸਲਾਹ ਨੂੰ ਪ੍ਰਾਪਤ ਕਰਦਾ ਹੈ, ਉਸ ਬੰਦੇ ਨੂੰ ਇਹ ਚੀਜ਼ਾਂ ਮਿਲ ਜਾਂਦੀਆਂ ਨੇ। ਯਾਨੀ ਅੰਦਰੋਂ ਹੀਰੇ ਲੱਭ ਜਾਂਦੇ ਨੇ। ਯਾਨੀ ਉਹ ਇਹਨਾਂ ਗੁਣਾਂ ਨੂੰ ਯੂਜ਼ ਕਰਦਾ ਹੈ, ਜੋ ਗੁਰੂ ਦੀ ਸ਼ਰਣੀ ਪੈਂਦਾ ਹੈ, ਉਹ ਪਾ ਸਕਦਾ ਹੈ। ਗੁਰੂ ਦੇ ਗਿਆਨ ਰਾਹੀਂ, ਗੁਰੂ ਦੀ ਵਿਵੇਕ ਬੁੱਧ ਰਾਹੀਂ, ਕਾਮਨ ਸੈਂਸ ਰਾਹੀਂ। ਗੁਰਮੁਖ ਵਣਜੇ ਸਦਾ ਵਾਪਾਰੀ, ਲਾਹਾ ਨਾਮ ਸਦ ਪਾਵਣਿਆ। ਗੁਰੂ ਦੀ ਸ਼ਰਣੀ ਪੈਣ ਵਾਲਾ ਜੋ ਮਨੁੱਖ ਹੈ ਨਾ, ਉਹ ਵਪਾਰੀ ਬਣ ਕੇ ਸਦਾ ਸਦਾ ਰੱਬੀ ਗੁਣਾਂ ਦੇ ਵਪਾਰ ਦੀ ਖੱਟੀ ਖੱਟਦਾ ਹੈ। ਲਾਹਾ ਦਾ ਮਤਲਬ ਲਾਭ ਲੈਂਦਾ ਹੈ। ਨਾਮ ਸਦ ਪਾਵਣਿਆਂ ਦਾ ਮਤਲਬ ਉਹ ਇਸ ਚੀਜ਼ ਦੀ ਖੱਟੀ ਖੱਟਦਾ ਹੈ, ਨਾਮ ਦੀ। ਨਾਮ ਦਾ ਮਤਲਬ ਰੱਬੀ ਗੁਣ ਜਿਹੜੇ ਨੇ। ਤਾਂ ਗੁਰੂ ਦੀ ਸ਼ਰਣੀ ਪੈਣ ਵਾਲਾ ਮਨੁੱਖ ਇੱਕ ਚੰਗੇ ਵਪਾਰੀ ਦੀ ਤਰ੍ਹਾਂ ਰੱਬੀ ਗੁਣਾਂ ਦੇ ਲਾਹੇ ਨੂੰ ਪ੍ਰਾਪਤ ਕਰਦਾ ਹੈ, ਯਾਨੀ ਰੱਬੀ ਗੁਣਾਂ ਤੋਂ ਲਾਹਾ ਲੈਂਦਾ ਹੈ। ਆਪੇ ਵਥ ਰਾਖੈ, ਆਪੇ ਦੇ। ਵਥ ਦਾ ਮਤਲਬ ਵਸਤੂ, ਦੇ ਦਾ ਮਤਲਬ ਦਿੰਦਾ ਹੈ। ਪ੍ਰਭੂ ਆਪ ਹੀ ਜੀਵਾਂ ਦੇ ਅੰਦਰ ਇਹ ਗੁਣਾਂ ਦੀ ਵਸਤੂ ਰੱਖਦਾ ਹੈ ਤੇ ਆਪ ਹੀ ਆਪਣੇ ਹੁਕਮ ਦੇ ਅੰਦਰ ਇਹ ਜੀਵਾਂ ਨੂੰ ਦੇ ਦਿੰਦਾ ਹੈ। ਮਤਲਬ ਰੱਬੀ ਹੁਕਮ ਦੇ ਅੰਦਰ ਹੀ ਬੰਦਾ ਇਹਨਾਂ ਚੀਜ਼ਾਂ ਨੂੰ ਮਾਣ ਸਕਦਾ ਹੈ। ਗੁਣ ਸਭ ਦੇ ਅੰਦਰ ਰੱਖੇ ਹੋਏ ਨੇ। ਹਰ ਇੱਕ ਦੇ ਅੰਦਰ ਕੀਮਤੀ ਸੋਚ ਹੈ। ਜੇ ਆਪਣੇ ਅੰਦਰੋਂ ਪ੍ਰਗਟ ਕਰੇ ਤਾਂ ਜਦੋਂ ਰੱਬੀ ਰਜ਼ਾ ਵਿੱਚ ਬੰਦਾ ਤੁਰਦਾ ਹੈ ਨਾ, ਨੇਮਾਂ ਦੇ ਵਿੱਚ, ਫਿਰ ਇਸ ਸੋਚ ਨੂੰ ਪਾ ਲੈਂਦਾ ਹੈ। ਗੁਰਮੁਖ ਵਣਜਹਿ ਕਈ ਕੇ। ਕਈ ਕੇ ਦਾ ਮਤਲਬ ਕਈ, ਅਨੇਕਾਂ। ਗੁਰੂ ਦੀ ਸ਼ਰਣੀ ਪੈ ਕੇ ਅਨੇਕਾਂ ਮਨੁੱਖ ਇਸ ਵਪਾਰ ਨੂੰ ਵਣਜਦੇ ਨੇ, ਸੌਦੇ ਨੂੰ ਖਰੀਦਦੇ ਨੇ, ਵਰਤਦੇ ਨੇ। ਯਾਨੀ ਕੁਝ ਲੋਕ ਐਸੇ ਨੇ, ਕਈ ਸਾਰੇ, ਜੋ ਗੁਰੂ ਦੇ ਦੱਸੇ ਰਾਹ ਤੇ ਤੁਰਦੇ ਨੇ, ਉਹ ਇਹ ਗੁਣਾਂ ਦਾ ਸੌਦਾ ਕਰਦੇ ਨੇ। ਨਾਨਕ ਜਿਸ ਨਦਰ ਕਰੇ ਸੋ ਪਾਏ, ਕਰ ਕਿਰਪਾ ਮਨ ਵਸਾਵਣਿਆ। ਹੇ ਨਾਨਕ, ਆਖ ਕਿ ਜਿਸ ਮਨੁੱਖ ਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ, ਉਹ ਪ੍ਰਭੂ ਦੇ ਇਹਨਾਂ ਗੁਣਾਂ ਨੂੰ ਪਾ ਲੈਂਦਾ ਹੈ ਤੇ ਪ੍ਰਭੂ ਆਪ ਰਹਿਮਤ ਕਰਕੇ ਉਸ ਮਨੁੱਖ ਦੇ ਅੰਦਰ ਉਹਨਾਂ ਗੁਣਾਂ ਨੂੰ ਵਸਾ ਦਿੰਦਾ ਹੈ। ਤੇ ਹੁਣ ਇਹ ਬੇਨਤੀ ਮੈਂ ਫਿਰ ਕਰਦੇ ਹਾਂ ਕਿ ਸਾਨੂੰ ਇਹ ਉਡੀਕ ਕਰਨ ਦੀ ਲੋੜ ਨਹੀਂ ਕਿ ਰੱਬ ਕਿਰਪਾ ਕਰੇਗਾ। ਅਸਲ ਦੇ ਅੰਦਰ ਰੱਬ ਨੇ ਕਿਰਪਾ ਕੀਤੀ ਹੋਈ ਹੈ ਚਾਰ ਚੁਫੇਰੇ। ਸਾਡੇ ਅੰਦਰ ਉਹਨਾਂ ਗੁਣਾਂ ਨੂੰ ਵਸਾਇਆ ਹੋਇਆ ਹੈ। ਅਸੀਂ ਕਿਰਪਾ ਦੇ ਪਾਤਰ ਬਣਨਾ ਹੈ। ਅਸੀਂ ਤਾਂ ਸਿਰਫ ਉਸ ਕਿਰਪਾ ਨੂੰ ਯੂਜ਼ ਕਰਨਾ ਹੈ। ਇਸ ਲਈ ਅਸੀਂ ਕਿਰਪਾ ਦੇ ਪਾਤਰ ਬਣੀਏ ਔਰ ਇਹਨਾਂ ਰੱਬੀ ਗੁਣਾਂ ਨੂੰ ਆਪਣੀ ਵਰਤੋਂ ਦੇ ਅੰਦਰ ਲਿਆ ਕੇ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀ ਕੇ ਤੇ ਆਪਣਾ ਜੀਵਨ ਇੰਨਾ ਮਹਾਨ ਔਰ ਸੁਚੱਜਾ ਬਣਾਉਣ ਦਾ ਯਤਨ ਕਰੀਏ। ਤਾਂ ਅੱਜ ਦੀ ਵਿਚਾਰ ਮੈਂ ਇੱਥੇ ਸਮਾਪਤ ਕਰਦਾ ਜੀ। ਅੱਜ ਦੀ ਇਸ ਵਿਚਾਰ ਦੇ ਅੰਦਰ ਜੇ ਕਿਸੇ ਵੀਰ ਭੈਣ ਦਾ ਕੋਈ ਛੋਟਾ ਮੋਟਾ ਸਵਾਲ ਹੈ ਤਾਂ ਆਪ ਸਵਾਲ ਕਰ ਸਕਦੇ ਹੋ, ਔਰ ਜੇ ਕਿਸੇ ਵੀਰ ਭੈਣ ਨੇ ਆਪਣੇ ਵਿਚਾਰ ਦੇਣੇ ਨੇ ਤਾਂ ਆਪਣੇ ਵਿਚਾਰ ਅਨਮਿਊਟ ਹੋ ਕੇ ਦੇ ਸਕਦੇ ਹੋ। ਕਲਾਸ ਦੀ ਅਗਲੀ ਕਾਰਵਾਈ ਵੀਰ ਤਰਲੋਚਨ ਸਿੰਘ ਜੀ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ